हाँ जी भाई साहब, ਕਿਵੇਂ ਵੇਖਦੇ ਹੋ 2022 ਦੀ ਇਲੈਕਸ਼ਨ ਨੂੰ? ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ। ਇਸ ਸਮੇਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਮੈਦਾਨ ਵਿੱਚ ਉਤਰ ਚੁੱਕੀਆਂ ਨੇ ਔਰ ਇਸ ਸਮੇਂ ਵੋਟਰ ਜੋ ਨੇ ਉਹਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਕਿਵੇਂ ਵੇਖਦੇ ਹੋ? ਵੇਖੋ ਗੱਲ ਇਹ ਆ ਵੀ ਇਹ ਤਾਂ ਸਾਹਮਣੇ ਹੁਣ ਕੰਧ ਤੇ ਲਿਖਿਆ ਦਿਖ ਰਿਹਾ ਕਿ ਇਲੈਕਸ਼ਨ ਆਏਗੀ, ਥੋੜਾ ਜਿਹਾ ਸਮਾਂ ਰਹਿ ਗਿਆ ਇਹਦੇ ਵਿੱਚ, ਬਾਕੀ ਕਰੀਬ 3 ਮਹੀਨੇ ਲਾ ਲਓ ਤੁਸੀਂ। ਇਲੈਕਸ਼ਨ ਤੇ ਫਰਵਰੀ ਜਾਂ ਮਾਰਚ ਤੱਕ ਹੋਣ ਦੀ ਸੰਭਾਵਨਾ ਤੇ ਹਰ ਭਲਵਾਨ ਆਪਣੀ ਵਾਰਮਅਪ ਹੋ ਕੇ ਤੇ ਖਾੜੇ ਦੇ ਆਲੇ ਦੁਆਲੇ ਗੇੜੀਆਂ ਲਾਉਣ ਡਏ ਨੇ। ਕੇਂਦਰ ਸਰਕਾਰ ਨੇ ਉਹਨਾਂ ਨੂੰ ਏਰੀਆ ਵਧਾ ਦਿੱਤਾ ਆ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਦੇ ਆਪਣੇ ਲੀਡਰ ਨੇ ਜਿਹੜੇ ਉਹ ਚੰਨੀ ਦੀ ਵੀ ਸ਼ਮੂਲੀਅਤ ਵਿੱਚ ਗੇਰ ਰਹੇ ਨੇ। ਸੁਨੀਲ ਜਾਖੜ ਨੇ ਇਸ ਨੂੰ ਲੈ ਕੇ ਟਵੀਟ ਵੀ ਕੀਤੇ ਨੇ। ਕਿਵੇਂ ਵੇਖਦੇ ਹੋ? ਦੇਖੋ ਵੱਡੇ ਲੋਕ ਨੇ, ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ਨੇ। ਮੈਂ ਇਹ ਗੱਲ ਸਮਝਦਾ ਵੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਅਜੇ ਨਵੇਂ ਬਣੇ ਸੀ। ਮੇਰਾ ਖਿਆਲ ਹੈ ਵੀ ਇੱਕ ਉਹਨਾਂ ਦੀ ਸ਼ਿਸ਼ਟਾਚਾਰੀ ਦੇ ਨਾਤੇ ਹੀ ਸਿਰਫ ਮੀਟਿੰਗ ਜਿਹੜੀ ਆ ਉਹ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਨਾਲ ਹੋਈ। ਮੇਰਾ ਨਹੀਂ ਖਿਆਲ ਕਿ ਪ੍ਰਧਾਨ ਮੰਤਰੀ ਚੰਨੀ ਸਾਹਿਬ ਦੇ ਕਹਿਣ ਦੇ ਉੱਤੇ ਏਡਾ ਵੱਡਾ ਫੈਸਲਾ ਲੈ ਲੈਣ, ਕਿਉਂਕਿ ਇਹ ਅੰਦਰ ਖਾਤੇ ਉਹਨਾਂ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਚੱਲ ਰਹੀਆਂ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਭਾਜਪਾ ਦੇ ਹੱਕ ਵਿੱਚ ਆਇਆ। ਇਹ ਜਿਹੜਾ ਫੈਸਲਾ ਆ ਕੇਂਦਰ ਸਰਕਾਰ ਦਾ, ਉਹਨਾਂ ਨੇ ਇਸ ਫੈਸਲੇ ਨੂੰ ਵਧੀਆ ਦੱਸਿਆ ਆ। ਕੀ ਕਰਨਾ ਕਿ 9.5 ਸਾਲ ਉਹ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ। ਕਿਵੇਂ ਵੇਖਦੇ ਹੋ ਤੁਸੀਂ ਕਿ ਉਹਨਾਂ ਨੇ ਆਪਣੇ ਤਜਰਬੇ ਦੇ ਬੇਸ ਤੇ ਕਿਹਾ ਜਾਂ ਇੱਕ ਸਿਆਸੀ ਤੌਰ ਤੇ ਉਹਨਾਂ ਨੇ ਬਿਆਨ ਦਿੱਤਾ ਹੈ? ਨਹੀਂ, ਕੈਪਟਨ ਸਾਹਿਬ ਦਾ ਬਿਆਨ ਕੋਈ ਤਜਰਬੇ ਦੇ ਆਧਾਰ ਤੇ ਨਹੀਂ ਗਾ, ਇਹ ਸਿਆਸਤ ਤੋਂ ਪ੍ਰੇਰਿਤ ਹੈ। ਜੇ ਕੈਪਟਨ ਸਾਹਿਬ ਹੋਰ ਆ ਮਗਰਲੇ ਜਿਹੜੇ 3 ਮਹੀਨੇ 4 ਮਹੀਨੇ ਨੇ ਸੀਐਮ ਰਹਿ ਜਾਂਦੇ ਤੇ ਕੋਈ ਡਰ ਖਤਰਾ ਨਹੀਂ ਹੋਣਾ, ਕਿਉਂਕਿ ਉਹਨਾਂ ਨੂੰ ਦੇਸ਼ ਦੀ ਸੁਰੱਖਿਆ ਦੇ ਨਾਲ ਖਤਰਾ ਉਦੋਂ ਹੀ ਜਾਪਣ ਲੱਗਾ ਜਿੱਦਣ ਉਹਨਾਂ ਦੀ ਕੁਰਸੀ ਦੇ ਪਾਵੇ ਹਿੱਲਣ ਲੱਗੇ। ਉਦੋਂ ਹੀ ਉਹਨਾਂ ਨੂੰ ਖਤਰਾ ਜਾਪਿਆ। ਇਹ ਟਵੀਟ ਕਰਕੇ ਅਸਤੀਫਾ ਦੇਤਾ। ਅਗਲੇ ਨੇ ਕਹਿਤਾ, ਹੁਣ ਕਹਿੰਦਾ ਜੀ ਮੇਰਾ ਅਸਤੀਫਾ ਨਾ ਮਨਜ਼ੂਰ ਕਰ ਦਵਾਂਗੇ, ਤੂੰ ਸਾਨੂੰ ਅਸਤੀਫਾ ਦਿੱਤਾ ਹੀ ਨਹੀਂ। ਤੇਰਾ ਅਸਤੀਫਾ ਟਵੀਟ ਤੇ ਹੈ, ਟਵੀਟ ਕਰਕੇ ਕਹਿ ਦੇ ਮੈਂ ਵਾਪਸ ਲੈ ਲਿਆ, ਤੇ ਕੀ ਭਲੇ ਰਹਿ ਗਿਆ। ਹੁਣ ਐਵੇਂ ਉੱਥੇ ਜਲੀਲ ਜੀ ਹੋ ਕੇ ਬਹਿਣ ਨਾਲੋਂ ਆਪਣਾ ਕੋਈ ਨਵਾਂ ਰਾਹ ਤਲਾਸ਼ ਕਰ ਲੈਣ। ਜਿਹੜੀ ਕਾਂਗਰਸ ਦੀ ਕੇਂਦਰੀ ਕਮਾਂਡ ਆ, ਜਿਹੜੀ ਕੱਲ੍ਹ ਉਹਨਾਂ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਆ, ਉਹਦੇ 'ਚ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਕਲੀਅਰ ਕਰ ਦਿੱਤਾ ਬਈ ਇੱਦਾਂ ਦੇ ਸੋਸ਼ਲ ਮੀਡੀਆ 'ਚ ਜਾਣ ਵਾਲੇ ਬੰਦੇ ਜਿਹੜੇ ਆ ਉਹ ਸਾਨੂੰ ਮਨਜ਼ੂਰ ਨਹੀਂ, ਕਿਉਂਕਿ ਮੇਰਾ ਖਿਆਲ ਹੈ ਕਾਂਗਰਸ ਕੋਲ ਇਸ ਵੇਲੇ ਗਾਉਣ ਵਾਸਤੇ ਕੁਛ ਨਹੀਂ ਹੈ। ਕੀ ਤੁਹਾਨੂੰ ਲੱਗਦਾ ਕਿ ਪਾਰਟੀਆਂ ਵਾਅਦੇ ਤਾਂ ਕਰਦੀ ਜਾ ਰਹੀਆਂ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਥਰਮਲ ਪਲਾਂਟ ਹੀ ਬੰਦ ਹੁੰਦੇ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬਿਜਲੀ 3-4 ਰੁਪਏ ਯੂਨਿਟ ਦੇ ਸਕਣਗੇ? ਵੇਖੋ ਗੱਲ ਇਹ ਆ ਵੀ ਇਹੋ ਜਿਹੇ ਵਾਅਦਿਆਂ ਨਹੀਂ ਤੇ ਪੰਜਾਬ ਕਰਜ਼ਾਈ ਕੀਤਾ। ਪੌਣੇ 3 ਲੱਖ ਕਰੋੜ ਰੁਪਏ ਦਾ ਪੰਜਾਬ ਕਰਜ਼ਾਈ ਆ। ਇਹੋ ਜਿਹੀਆਂ ਵਾਅਦਿਆਂ ਕਰਕੇ ਆਮ ਲੋਕਾਂ ਨੇ ਤੇ ਖਰਾਬ ਨਹੀਂ ਕੀਤਾ। ਅਸੀਂ ਤਾਂ ਟੈਕਸ ਦਿੰਦੇ ਹਾਂ ਸਾਰੇ। ਆਮ ਪਿੰਡਾਂ ਵਾਲਾ ਬੰਦਾ ਸਮਝ ਲੈਂਦਾ ਵੀ ਮੈਂ ਕਿਹੜਾ ਟੈਕਸ ਦਿੰਦਾ ਜੀ। ਟੈਕਸ ਤੇ ਜਾਂ ਮੁਲਾਜ਼ਮ ਆਦਮੀ ਦਿੰਦੇ ਆ ਤੇ ਜਾਂ ਵਪਾਰੀ ਬੰਦੇ ਦਿੰਦੇ ਨੇ। ਆਮ ਬੰਦਾ ਕੀ ਟੈਕਸ ਦਿੰਦਾ? ਟੈਕਸ ਹਰ ਬੰਦਾ ਦਿੰਦਾ ਜੀ। ਜਦੋਂ 5 ਸਾਲ ਲੰਘਣ ਲੱਗਦੇ ਨੇ ਹੋ ਜਾਣ ਲੱਗਦੇ, ਹੁਣ ਜਦੋਂ ਇੰਨਾ ਕੁ 2-3 ਮਹੀਨੇ ਰਹਿ ਜਾਂਦੇ ਫਿਰ ਇਹਨਾਂ ਨੂੰ ਲੋਕ ਚੇਤੇ ਆ ਜਾਂਦੇ ਨੇ, ਫਿਰ ਲੋਕਾਂ ਦੇ ਵਿੱਚ। ਤੇ ਸਾਡੇ ਲੋਕ ਮੁੱਦੇ ਦੀ ਗੱਲ ਨਹੀਂ ਕਰਦੇ। ਅਸੀਂ ਤੇ ਅਜੇ ਤੱਕ ਗਲੀਆਂ ਨਾਲੀਆਂ ਚੋਂ ਨਹੀਂ ਨਿਕਲੇ, ਸਾਨੂੰ ਤੇ ਗਲੀਆਂ ਨਾਲੀਆਂ। ਪੰਜਾਬ ਸਟਾਰ ਟੀਵੀ ਦੇਖ ਰਹੇ ਹੋ ਤੁਸੀਂ। 2022 ਦੀਆਂ ਚੋਣਾਂ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ। ਇਸ ਸਮੇਂ ਚਾਹੇ ਅਕਾਲੀ ਦਲ, ਕਾਂਗਰਸ, ਚਾਹੇ ਆਪ ਹੈ ਜਾਂ ਭਾਰਤੀ ਜਨਤਾ ਪਾਰਟੀ ਵੀ 2022 ਦੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਇਸ ਸਮੇਂ ਸਾਰੀਆਂ ਪਾਰਟੀਆਂ ਫੀਲਡ ਵਿੱਚ ਉਤਰ ਚੁੱਕੀਆਂ ਨੇ ਔਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਔਰ ਵੋਟਰਾਂ ਨੂੰ ਇਸ ਸਮੇਂ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸੋ ਲੰਬੀ ਗੱਲਬਾਤ ਕਰਦੇ ਹਾਂ। ਸਾਡੇ ਨਾਲ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜ਼ੋਰਾਵਰ ਸਿੰਘ ਜੀ ਮੌਜੂਦ ਆ। ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਕਿਵੇਂ ਵੇਖਦੇ ਹੋ 2022 ਦੀ ਇਲੈਕਸ਼ਨ ਨੂੰ? ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ। ਇਸ ਸਮੇਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਮੈਦਾਨ ਵਿੱਚ ਉਤਰ ਚੁੱਕੀਆਂ ਨੇ ਔਰ ਇਸ ਸਮੇਂ ਵੋਟਰ ਜੋ ਨੇ ਉਹਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਕਿਵੇਂ ਵੇਖਦੇ ਹੋ? ਪਹਿਲਾਂ ਤੇ ਪ੍ਰਦੀਪ ਜੀ ਤੁਹਾਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਗੱਲ ਹੈ 22 ਦੀ ਇਲੈਕਸ਼ਨ ਦੀ, ਵੇਖੋ ਗੱਲ ਇਹ ਆ ਵੀ ਇਹ ਤਾਂ ਸਾਹਮਣੇ ਹੁਣ ਕੰਧ ਤੇ ਲਿਖਿਆ ਦਿਸ ਰਿਹਾ ਕਿ ਇਲੈਕਸ਼ਨ ਆਏਗੀ, ਥੋੜਾ ਜਿਹਾ ਸਮਾਂ ਰਹਿ ਗਿਆ ਇਹਦੇ ਵਿੱਚ, ਬਾਕੀ ਕਰੀਬ 3 ਮਹੀਨੇ ਲਾ ਲਓ ਤੁਸੀਂ। ਇਲੈਕਸ਼ਨ ਤੇ ਫਰਵਰੀ ਜਾਂ ਮਾਰਚ ਤੱਕ ਹੋਣ ਦੀ ਸੰਭਾਵਨਾ ਹੈ। ਤੇ ਹਰ ਭਲਵਾਨ ਆਪਣੀ ਵਾਰਮਅਪ ਹੋ ਕੇ ਤੇ ਖਾੜੇ ਦੇ ਆਲੇ ਦੁਆਲੇ ਗੇੜੀਆਂ ਲਾਉਣ ਡਏ ਨੇ। ਆਪਣੀ ਬਾਤ ਸਾਰੇ ਲਾਉਣਗੇ, ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਵੀ ਕਰਨਗੇ। ਜੇ ਕਿਸੇ ਨੇ ਕੋਈ ਬੀਤੇ 'ਚ ਕੰਮ ਬਿਹਤਰ ਕੀਤਾ ਹੈ, ਕੋਈ ਉਸਾਰੂ ਕੰਮ ਕੀਤਾ, ਤੇ ਨਿਰਸੰਦੇਹ ਉਹ ਆਪਣੇ ਕੰਮ ਨੂੰ ਲੈ ਕੇ ਵੀ ਜਾਏਗਾ।
ਫੈਸਲਾ ਤਾਂ ਲੋਕਾਂ ਨੇ ਕਰਨਾ ਹੈ ਕਿ ਲੋਕ ਆਪਣੀ ਸਿਆਸੀ ਸੂਝ ਦਾ ਕਿੰਨਾ ਕੁ ਇਸਤੇਮਾਲ ਕਰ ਸਕਦੇ ਆ ਅਤੇ ਕਿੰਨੀ ਕੁ ਯੋਗ ਅਗਲੀ ਵਿਧਾਨ ਸਭਾ ਜਿਹੜੀ ਆ ਉਹ ਚੁਣਨਗੇ। ਇਹ ਤਾਂ ਲੋਕ ਹੀ ਦੱਸਣ। ਤਾਂ ਜੇਕਰ ਗੱਲ ਮੌਜੂਦਾ ਹਾਲਾਤਾਂ ਦੀ ਕੀਤੀ ਜਾਵੇ ਕਾਂਗਰਸ ਦੀ, ਤਾਂ ਬੀਐਸਐਫ ਨੂੰ ਜਿਹੜਾ 15 ਤੋਂ 50 ਕਿਲੋਮੀਟਰ ਦਾ ਜਿਹੜਾ ਕੇਂਦਰ ਸਰਕਾਰ ਨੇ ਉਹਨਾਂ ਨੂੰ ਏਰੀਆ ਵਧਾ ਦਿੱਤਾ ਆ, ਔਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਦੇ ਆਪਣੇ ਲੀਡਰ ਨੇ ਜਿਹੜੇ ਉਹ ਚੰਨੀ ਦੀ ਵੀ ਸ਼ਮੂਲੀਅਤ ਵਿੱਚ ਗਿਣ ਰਹੇ ਨੇ। ਸੁਨੀਲ ਜਾਖੜ ਨੇ ਇਸ ਨੂੰ ਲੈ ਕੇ ਟਵੀਟ ਵੀ ਕੀਤੇ ਨੇ, ਕਿਵੇਂ ਵੇਖਦੇ ਹੋ? ਦੇਖੋ, ਵੱਡੇ ਲੋਕ ਨੇ, ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ ਨੇ। ਮੈਂ ਇਹ ਗੱਲ ਸਮਝਦਾ ਵੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਅਜੇ ਨਵੇਂ ਬਣੇ ਸੀ। ਮੇਰਾ ਖਿਆਲ ਹੈ ਵੀ ਇੱਕ ਉਹਨਾਂ ਦੀ ਸ਼ਿਸ਼ਟਾਚਾਰੀ ਦੇ ਨਾਤੇ ਹੀ ਸਿਰਫ ਮੀਟਿੰਗ ਜਿਹੜੀ ਆ ਉਹ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਨਾਲ ਹੋਈ ਹੈ। ਮੇਰਾ ਨਹੀਂ ਖਿਆਲ ਵੀ ਪ੍ਰਧਾਨ ਮੰਤਰੀ ਚੰਨੀ ਸਾਹਿਬ ਦੇ ਕਹਿਣ ਦੇ ਉੱਤੇ ਏਡਾ ਵੱਡਾ ਫੈਸਲਾ ਲੈ ਲੈਣਗੇ, ਕਿਉਂਕਿ ਇਹ ਅੰਦਰ ਖਾਤੇ ਉਹਨਾਂ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਚੱਲ ਰਹੀਆਂ ਨੇ। ਵੇਖੋ, ਜਿਹੜਾ ਭਾਰਤ ਦੇ ਅੰਦਰ ਮੁੱਢ ਕਦੀਮ ਤੋਂ ਸ਼ੁਰੂ ਤੋਂ ਲੈ ਕੇ ਭਾਵ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਤਾਂ ਭਾਰਤ ਜਿਹੜਾ ਵਾ ਇੱਕ ਗਣਰਾਜ ਹੈ, ਪਰ ਇੱਥੇ ਰਾਜਾਂ ਨੂੰ ਅਧਿਕਾਰ ਜਿਹੜੇ ਆ ਉਹ ਦਿੱਤੇ ਨਹੀਂ ਜਾ ਰਹੇ। ਰਾਜਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਕੇ ਕੇਂਦਰ ਮਜ਼ਬੂਤ ਹੁੰਦਾ। ਇਹ ਵਰਤਾਰਾ ਪਿਛਲੇ 70-72 ਸਾਲ ਤੋਂ ਲਗਾਤਾਰ ਚੱਲ ਰਿਹਾ। ਸਰਕਾਰ ਚਾਹੇ ਜਿਹੜੀ ਮਰਜ਼ੀ ਹੋਵੇ, ਉਹ ਰਾਜਾਂ ਨੂੰ ਘਸਿਆਰੀ ਬਣਾ ਕੇ ਰੱਖਣਾ ਚਾਹੁੰਦੀ ਹੈ ਔਰ ਕੇਂਦਰ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਔਰ ਖ਼ਾਸ ਕਰਕੇ ਜਿਹੜੇ ਜੁਝਾਰੂ ਲੋਕ ਹੁੰਦੇ ਨੇ, ਜਿਹੜੇ ਸਮੇਂ ਤੇ ਹਾਲਾਤਾਂ ਦੇ ਅੱਗੇ ਗੋਡੇ ਨਹੀਂ ਟੇਕਦੇ, ਹਿੱਕ ਢਾਹ ਕੇ ਖੜ੍ਹਦੇ ਆ, ਉਹਨਾਂ ਦੇ ਉੱਤੇ ਇਹੋ ਜਿਹੀਆਂ ਸਰਕਾਰਾਂ ਜਿਹੜੀਆਂ ਨੇ ਉਹ ਜ਼ਿਆਦਾ ਨਜ਼ਰ ਰੱਖਣੀਆਂ ਨੇ। ਇਹੋ ਹੀ ਕਾਰਨ ਸੀ ਕਿ ਜਦੋਂ 47 ਦੇ ਵਿੱਚ ਦੇਸ਼ ਦੇ ਟੋਟੇ ਹੋਏ ਨੇ, ਬੰਗਾਲ ਅਤੇ ਪੰਜਾਬ ਦੇ ਹੋਏ ਨੇ, ਕਿਉਂਕਿ ਅੰਗਰੇਜ਼ ਦੇ ਖਿਲਾਫ ਜਿਹੜੀ ਲੜਾਈ ਲੜੀ ਆ, ਸਭ ਤੋਂ ਵੱਧ ਯੋਗਦਾਨ ਉਹਦੇ 'ਚ ਪੰਜਾਬ ਨੇ ਪਾਇਆ। ਦੂਸਰੇ ਨੰਬਰ 'ਤੇ ਯੋਗਦਾਨ ਉਹਦੇ 'ਚ ਬੰਗਾਲ ਨੇ ਪਾਇਆ। ਜਿਹੜੇ ਸਮੇਂ ਦੇ ਬਾਅਦ 'ਚ ਹਾਕਮ ਬਣੇ, ਯਾਨੀ ਗੋਰੇ ਅੰਗਰੇਜ਼ ਕੱਢ ਕੇ ਜਦੋਂ ਕਾਲੇ ਅੰਗਰੇਜ਼ਾਂ ਦੇ ਹੱਥ 'ਚ ਆਈ, ਅਤੇ ਉਹਨਾਂ ਨੂੰ ਵੀ ਪਤਾ ਸੀ ਕਿ ਜਦੋਂ 200 ਸਾਲ ਅੰਗਰੇਜ਼ ਨੇ ਸਾਰੇ ਭਾਰਤ ਦੇ ਉੱਤੇ ਰਾਜ ਕੀਤਾ, ਪਰ ਪੰਜਾਬ ਦੇ ਉੱਤੇ 98 ਸਾਲ ਕੀਤਾ, ਭਾਵ ਸੰਘਰਸ਼ ਨੂੰ ਸ਼ੁਰੂ ਦੇ ਵਿੱਚ ਹੀ ਟਾਕਰੇ ਦੇਣੇ ਸ਼ੁਰੂ ਕਰ ਦਿੱਤੇ। ਸਰਕਾਰ ਨੇ ਜਿਹੜਾ ਸਾਡੇ 'ਤੇ ਕਬਜ਼ਾ ਕੀਤਾ, ਪੰਜਾਬੀ ਲੋਕਾਂ ਨੇ ਸ਼ੁਰੂ ਦੇ ਵਿੱਚ ਹੀ ਉਹਨੂੰ ਟੱਕਰ ਦੇਣੀ ਸ਼ੁਰੂ ਕਰ ਦਿੱਤੀ, ਔਰ ਅਸੀਂ ਬਾਕੀ ਮੁਲਕ ਦੇ ਮੁਕਾਬਲੇ ਦੇ ਉੱਤੇ ਅੱਧਾ ਸਮੇਂ ਤੋਂ ਵੀ ਘੱਟ ਸਮਾਂ ਗੁਲਾਮੀ ਝੱਲੀ। ਇਸ ਕਰਕੇ ਜਦੋਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਦੇਸੀ ਹਾਕਮਾਂ ਦੇ ਹੱਥ ਵਿੱਚ ਬਾਗਡੋਰ ਆਈ, ਅਤੇ ਨੀਤੀ ਉਹਨਾਂ ਦੀ ਵੀ ਇਹੀ ਰਹੀ ਕਿ ਜਿਹੜੇ ਜੁਝਾਰੂ ਕਿਸਮ ਦੇ ਲੋਕ ਨੇ, ਇਹਨਾਂ ਦੀ ਗਿਣਤੀ ਨੂੰ ਕਿਸੇ ਵੀ ਤਰੀਕੇ ਨਾਲ ਸੰਗਠਿਤ ਨਾ ਹੋਣ ਦਿੱਤਾ ਜਾਵੇ। ਇਸੇ ਕਰਕੇ ਉਹਨਾਂ ਨੇ ਸਾਡੇ ਸੂਬੇ ਜਿਹੜੇ ਨੇ ਇਹਨਾਂ ਦੀ ਵੰਡ ਕੀਤੀ। ਵੰਡ ਕਰਨ ਦੇ ਬਾਅਦ ਜਿਹੜੇ ਰਾਜਾਂ ਦੇ ਅਧਿਕਾਰਾਂ ਦੀ ਗੱਲ ਸੀ, ਉਹਦੇ 'ਤੇ ਵੀ ਡਾਕਾ ਮਾਰਿਆ। ਔਰ ਇਹ ਸਾਰੇ ਪੰਜਾਬੀਆਂ ਨੂੰ ਬਤੌਰ ਪੰਜਾਬੀ ਸੋਚਣਾ ਚਾਹੀਦਾ। ਵੇਖੋ, ਸੋਚਣ ਵਾਲੀ ਗੱਲ ਇਹ ਆ ਕਿ ਕੇਂਦਰ ਸਰਕਾਰ ਨੇ ਜਿਹੜੀ ਢੁੱਚ ਰੜਾਈ ਆ ਕਿ ਵੇਖੋ ਇਹਦੇ 'ਚ ਜੀ ਸਿਕਿਉਰਿਟੀ ਦਾ ਮਸਲਾ ਹੈ, ਸਮਗਲਿੰਗ ਦਾ ਮਸਲਾ ਹੈ, ਅਤੇ ਇਹ ਇਸ ਕਰਕੇ ਅਧਿਕਾਰ ਖੇਤਰ ਜਿਹੜਾ ਵਧਾ ਦਿੱਤਾ ਗਿਆ। ਬੰਦਾ ਪੁੱਛੇ ਵੀ ਜੇ ਤੁਸੀਂ 16 ਕਿਲੋਮੀਟਰ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਅਤੇ 50 ਕਿਲੋਮੀਟਰ 'ਚ ਕੀ ਗਰੰਟੀ ਹੈ ਤੁਸੀਂ ਕਰ ਲਓਗੇ? ਜੇ 16 ਕਿਲੋਮੀਟਰ ਦੇ ਅੰਦਰ ਨਸ਼ਾ ਜਾਂ ਹਥਿਆਰ ਜਾਂ ਹੋਰ ਕੋਈ ਗੈਰ ਸਮਾਜੀ ਚੀਜ਼ਾਂ ਜਿਹੜੀਆਂ ਨੇ, ਉਹ ਗੈਰ ਕਾਨੂੰਨੀ ਚੀਜ਼ਾਂ ਲੰਘ ਕੇ ਆ ਰਹੀਆਂ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸਾਡੀ ਸੁਰੱਖਿਆ ਘੇਰੇ ਦੇ ਵਿੱਚ ਕਮੀ, ਭਾਵ ਸਮਗਲਰਸ ਦੇ ਨਾਲ ਕੋਈ ਸੈਟਿੰਗ ਹੋਏਗੀ। ਅਤੇ ਇਹ ਤਾਂ ਮੈਨੂੰ ਇੱਦਾਂ ਲੱਗਦਾ ਕਿ ਹੋਰ ਸੌਖਾ ਹੋ ਜਾਊਗਾ। ਵੀ ਅੱਗੇ ਤਾਂ ਤੁਹਾਨੂੰ ਸਿਰਫ ਇਹ ਹੁੰਦਾ ਸੀ ਵੀ ਬਾਰਡਰ ਤੋਂ 5-4 ਕਿਲੋਮੀਟਰ ਲੰਘਾ ਦਿਆਂਗੇ, ਹੁਣ ਤਾਂ ਇਹ ਵੀ ਗਰੰਟੀ ਲਈ ਜਾ ਸਕਦੀ ਹੈ ਵੀ ਤੁਹਾਨੂੰ 50 ਕਿਲੋਮੀਟਰ ਤੱਕ ਬਿਆਸ ਲੰਘਾ ਕੇ ਆਵਾਂਗੇ, ਅੱਗੋਂ ਤੁਸੀਂ ਜੋ ਮਰਜ਼ੀ ਕਰਿਓ ਜਾ ਕੇ। ਇਹ ਤਾਂ ਐਵੇਂ ਢੁੱਚਣਾ ਨੇ। ਸਰਕਾਰ ਨੂੰ ਆਪਣੇ ਫਰਜ਼ ਪਛਾਣਦੇ ਹੋਇਆ ਕੇਂਦਰ ਨੂੰ ਕੇਂਦਰ ਦੇ ਥਾਂ ਰਹਿਣਾ ਚਾਹੀਦਾ, ਔਰ ਰਾਜਾਂ ਦੇ ਅਧਿਕਾਰ ਜਿਹੜੇ ਆ ਰਾਜਾਂ ਨੂੰ ਦੇ ਕੇ ਰਾਜਾਂ ਨੂੰ ਮਜ਼ਬੂਤ ਕਰਨਾ ਚਾਹੀਦਾ। ਇਹ ਰਾਜ ਕਿਸੇ ਦੂਸਰੇ ਮੁਲਕ ਦੇ ਨਹੀਂ, ਇਹ ਸੂਬੇ ਸਾਡੇ ਭਾਰਤ ਦੇ ਨੇ। ਸੂਬੇ ਖੁਸ਼ਹਾਲ ਹੋਣਗੇ ਤੇ ਦੇਸ਼ ਖੁਸ਼ਹਾਲ ਹੋਣਾ। ਜੇ ਸੂਬੇ ਦੇ ਲੋਕ ਦੁਖੀ ਨੇ ਜਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਕੁਚਲਣ ਦੀ ਕੋਸ਼ਿਸ਼ ਸਰਕਾਰ ਕਰੂਗੀ, ਉਹ ਕੁਝ ਚੰਗਾ ਸਕਣ ਨਹੀਂ ਹੋਊਗਾ। ਪਰ ਪ੍ਰਧਾਨ ਜੀ, ਜੇਕਰ ਗੱਲ ਕੀਤੀ ਜਾਵੇ, ਇੱਕ ਬੰਨੇ ਸੁਖਜਿੰਦਰ ਸਿੰਘ ਰੰਧਾਵਾ ਨੇ, ਉਪ ਮੁੱਖ ਮੰਤਰੀ, ਉਹਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਆ। ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਭਾਜਪਾ ਦੇ ਹੱਕ ਵਿੱਚ ਆਇਆ, ਇਹ ਜਿਹੜਾ ਫੈਸਲਾ ਆ ਕੇਂਦਰ ਸਰਕਾਰ ਦਾ, ਉਹਨਾਂ ਨੇ ਇਸ ਫੈਸਲੇ ਨੂੰ ਵਧੀਆ ਦੱਸਿਆ ਆ। ਕੀ ਕਾਰਨ ਆ ਕਿ 9.5 ਸਾਲ ਉਹ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ? ਕਿਵੇਂ ਵੇਖਦੇ ਹੋ ਤੁਸੀਂ ਕਿ ਉਹਨਾਂ ਨੇ ਆਪਣੇ ਤਜਰਬੇ ਦੇ ਬੇਸ 'ਤੇ ਕਿਹਾ, ਜਾਂ ਇੱਕ ਸਿਆਸੀ ਤੌਰ 'ਤੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ? ਨਹੀਂ, ਕੈਪਟਨ ਸਾਹਿਬ ਦਾ ਬਿਆਨ ਕੋਈ ਤਜਰਬੇ ਦੇ ਆਧਾਰ 'ਤੇ ਨਹੀਂ ਗਾ, ਇਹ ਸਿਆਸਤ ਤੋਂ ਪ੍ਰੇਰਿਤ ਹੈ। ਜੇ ਕੈਪਟਨ ਸਾਹਿਬ ਹੋਰ ਆ ਮਗਰਲੇ ਜਿਹੜੇ 3 ਮਹੀਨੇ 4 ਮਹੀਨੇ ਨੇ CM ਰਹਿ ਜਾਂਦੇ, ਤੇ ਕੋਈ ਡਰ ਖਤਰਾ ਨਹੀਂ ਹੋਣਾ, ਕਿਉਂਕਿ ਉਹਨਾਂ ਨੂੰ ਦੇਸ਼ ਦੀ ਸੁਰੱਖਿਆ ਦੇ ਨਾਲ ਖਤਰਾ ਉਦੋਂ ਹੀ ਜਾਪਣ ਲੱਗਾ ਜਿੱਦਣ ਉਹਨਾਂ ਦੀ ਕੁਰਸੀ ਦੇ ਪਾਵੇ ਹਿੱਲਣ ਲੱਗੇ, ਉਦੋਂ ਹੀ ਉਹਨਾਂ ਨੂੰ ਖਤਰਾ ਜਾਪਿਆ।
ਜਿਹੜੀ ਗੱਲ ਆ ਸੁਖਜਿੰਦਰ ਸਿੰਘ ਰੰਧਾਵਾ ਦੀ, ਉਹ ਡਿਪਟੀ ਮੁੱਖ ਮੰਤਰੀ ਹੋਣ ਦੇ ਨਾਲ ਪੰਜਾਬ ਦੇ ਗ੍ਰਹਿ ਮੰਤਰੀ ਨੇ। ਔਰ ਜੇ ਗ੍ਰਹਿ ਮੰਤਰੀ ਆਪਣੀ ਸਟੇਟ ਦੀ ਗੱਲ ਨਹੀਂ ਕਰੂਗਾ, ਆਪਣੇ ਸਟੇਟ ਦੇ ਹੱਕਾਂ ਦੀ ਗੱਲ ਨਹੀਂ ਕਰੂਗਾ, ਤੇ ਕੌਣ ਕਰੂਗਾ? ਸੁਖਜਿੰਦਰ ਸਿੰਘ ਰੰਧਾਵਾ ਨੇ ਬਤੌਰ ਪੰਜਾਬ ਦਾ ਗ੍ਰਹਿ ਮੰਤਰੀ ਜਿਹੜਾ ਸਟੈਂਡ ਲਿਆ, ਬਿਲਕੁਲ ਉਸ ਦੀ ਸਿਫਤ ਕਰਨੀ ਬਣਦੀ ਹੈ। ਐਵੇਂ ਕੱਲ੍ਹ ਨੂੰ ਕੋਈ ਕਹੀ ਜਾਵੇ ਜੀ ਇਹ ਚੰਨੀ ਨੇ ਆਹ ਕਰਤਾ ਤੇ ਉਹ ਕਰ ਦਿੱਤਾ, ਤੇ ਹੁਣ ਰੰਧਾਵੇ ਦਾ ਸਟੈਂਡ ਹੋ ਰਿਹਾ। ਰੰਧਾਵਾ ਦਾ ਸਟੈਂਡ ਜਿਹੜਾ ਬਿਲਕੁਲ ਠੀਕ ਹੈ। ਇਹ ਕੇਂਦਰ ਦੀ ਬੇਲੋੜੀ ਦਖਲਅੰਦਾਜ਼ੀ ਹੈ, ਜਿਹਦੇ ਤੋਂ ਕੇਂਦਰ ਨੂੰ ਬਚਣਾ ਚਾਹੀਦਾ, ਕਿਉਂਕਿ ਕੇਂਦਰ ਦੀਆਂ ਆਪ ਹੁਦਰੀਆਂ ਦੇ ਕਰਕੇ ਪੰਜਾਬੀ ਅੱਗੇ ਹੀ ਬਹੁਤ ਲੰਮਾ ਸੰਤਾਪ ਭੋਗਣ ਡਏ ਨੇ। ਕਿਸਾਨ ਸੰਘਰਸ਼ ਚੱਲ ਰਿਹਾ, ਇਹਨਾਂ ਦੀ ਆਪ ਹੁਦਰੀ ਕਰਕੇ। ਜੇ ਇਹਨਾਂ ਨੇ ਸਾਰੀਆਂ ਕਿਸਾਨ ਧਿਰਾਂ ਨੂੰ ਪਹਿਲਾਂ ਭਰੋਸੇ 'ਚ ਲੈ ਕੇ ਕੋਈ ਕਾਨੂੰਨ ਬਣਾਉਣ ਵਾਲੇ ਪਾਸੇ ਨੂੰ ਤੁਰੇ ਹੁੰਦੇ, ਅੱਜ ਇਹ ਹਾਲਤ ਨਹੀਂ ਸੀ ਹੋਣੀ। ਔਰ ਉੱਥੇ ਜਿਸ ਤਰੀਕੇ ਦੇ ਨਾਲ ਵੱਖਰੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜਾਂ ਜਿਸ ਤਰ੍ਹਾਂ ਸਰਕਾਰ ਜਿਹੜੀ ਆ ਉਸ ਸੰਘਰਸ਼ ਦੇ ਨਾਲ ਠੀਕ ਢੰਗ ਨਾਲ ਨਜਿੱਠਣ ਦੀ ਬਜਾਏ ਘਟੀਆ ਕਿਸਮ ਦੇ ਹੱਥ ਕੱਢੇ ਵਰਤ ਕੇ ਇਸ ਕਿਸਾਨ ਅੰਦੋਲਨ ਨੂੰ ਖਰਾਬ ਤੇ ਬਦਨਾਮ ਕਰਨ ਦੇ ਉੱਤੇ ਤੁੱਲੀ ਹੋਈ ਆ। ਜਦੋਂ ਸੰਘਰਸ਼ ਲੰਮੇ ਹੋ ਜਾਣ, ਫਿਰ ਕਈ ਵਾਰ ਇਸ ਤਰ੍ਹਾਂ ਦੀ ਵੀ ਨੌਬਤ ਆ ਜਾਂਦੀ ਹੈ ਕਿ ਜਿਹੜੇ ਸੰਘਰਸ਼ ਦੇ ਆਰਗੇਨਾਈਜ਼ਰ ਹੁੰਦੇ ਨੇ, ਉਹਨਾਂ ਦੇ ਹੱਥ ਦੇ ਵਿੱਚੋਂ ਨੌਜਵਾਨ ਸ਼ਕਤੀ, ਯੂਥ ਸ਼ਕਤੀ ਜਿਹੜੀ ਆ ਉਹ ਹੱਥਾਂ ਦੇ ਵਿੱਚੋਂ ਕਈ ਵਾਰ ਨਿਕਲ ਜਾਂਦੀ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਨਾ ਇਸੇ ਤਰ੍ਹਾਂ ਵਾਪਰਦੇ ਰਿਹਾ। ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਇੱਕ ਗੱਲ ਕਰ ਸਕਦਾ। ਜਦੋਂ ਇੱਥੇ ਗਵਰਨਰੀ ਰਾਜ ਹੁੰਦਾ ਸੀ ਨਾ, ਤੇ ਉਦੋਂ ਪੁਲਿਸ ਪਬਲਿਕ ਮੀਟਿੰਗਾਂ ਜਿਹੜੀਆਂ ਸ਼ੁਰੂ ਕੀਤੀਆਂ, ਤੇ ਉਹਦੇ ਵਿੱਚ ਕੁਛ ਇੱਕ ਪੋਲੀਟੀਕਲ ਬੰਦੇ ਜਿਹੜੇ ਲੋਕਲ ਹੁੰਦੇ ਸੀ, ਉਹਨਾਂ ਦੀ ਵੀ ਨੁਮਾਇੰਦਗੀ ਕਰਦੇ ਸੀ। ਸਾਡੇ ਸ਼ਹਿਰ ਦੇ ਇੱਥੇ ਬਜ਼ੁਰਗ ਪੁਰਾਣੇ ਅਕਾਲੀ ਹੁੰਦੇ ਸੀ, ਡਾਕਟਰ ਬੇਅੰਤ ਸਿੰਘ, ਉਹਨਾਂ ਨੂੰ ਵੀ ਸੱਦਿਆ। ਹੋਰ ਵੀ ਜਿਹੜੇ ਲੋਕਲ ਲੈਵਲ ਦੇ ਸਾਡੇ ਲੀਡਰ ਸੀ, ਉਹਨਾਂ ਨੂੰ ਸੱਦਿਆ। ਐਸਐਸਪੀ ਸਾਹਿਬ ਬੈਠੇ, ਐਸਡੀਐਮ ਸਾਹਿਬ ਬੈਠੇ, ਹੋਰ ਅਫਸਰ ਸਾਰੇ ਬੈਠੇ, ਤੇ ਉਹ ਉੱਥੇ ਕਹਿ ਰਹੇ ਜੀ ਤੁਸੀਂ ਨੌਜਵਾਨਾਂ ਨੂੰ ਸਮਝਾ ਕੇ ਪ੍ਰੇਰ ਕੇ ਮੁੱਖ ਧਾਰਾ 'ਚ ਸ਼ਾਮਲ ਕਰੋ। ਇੱਕ ਪੁਰਾਣੇ ਬਜ਼ੁਰਗ ਸੀਗੇ, ਉਹ ਆਖਣ ਲੱਗੇ ਜੀ ਹਾਂਜੀ ਅਸੀਂ ਬਿਲਕੁਲ ਕਰਾਂਗੇ ਜੀ, ਇਹ ਬੱਚਿਆਂ ਨੂੰ ਸਮਝਾਵਾਂਗੇ, ਮੁੱਖ ਧਾਰਾ 'ਚ ਲਿਆਵਾਂਗੇ। ਡਾਕਟਰ ਬੇਅੰਤ ਸਿੰਘ ਬੜੇ ਬੜਬੋਲੇ ਤੇ ਮੂੰਹ 'ਤੇ ਗੱਲ ਕਹਿਣ ਦੀ ਹਿੰਮਤ ਰੱਖਣ ਵਾਲੇ ਵਿਅਕਤੀ ਹੋਏ ਨੇ, ਔਰ ਅਕਾਲੀ ਦਲ ਦੇ ਮੁੱਢਲੇ ਆਗੂਆਂ ਦੇ ਵਿੱਚੋਂ ਨਾਲੇ ਚੁਗਣੇ ਜਾਂਦੇ। ਉਹਨਾਂ ਉੱਠ ਕੇ ਕਹਿਤਾ ਮੇਰੀ ਗੱਲ ਸੁਣੋ ਜੀ, ਦਵਾਈ ਰੱਬ ਦੀ ਆ, ਜਿਹੜਾ ਬੰਦਾ ਗੱਲ ਕਰ ਰਿਹਾ ਇਹਦਾ ਕੋਈ ਧੀ ਪੁੱਤ ਨਹੀਂ, ਜਿਹਦੀ ਨਾ ਰੰਨ ਨਾ ਕੰਨ, ਨੂੰ ਕੀ ਪਤਾ ਧੀਆਂ ਪੁੱਤ ਆਖੇ ਲੱਗਦੇ ਆ ਕਿ ਨਹੀਂ ਲੱਗਦੇ। ਇਹ ਦਵਾਈ ਰੱਬ ਦੀ, ਸਾਡੇ ਮੁੰਡੇ ਸਾਡੇ ਆਖੇ ਨਹੀਂ ਜੇ ਲੱਗਦੇ ਤਾਂ ਨਹੀਂ ਗੇ ਵੀ ਹਾਂ ਜਿਹੜੇ ਤੇਰੇ ਸੱਜੇ ਤੇ ਖੱਬੇ ਪੁਲਿਸ ਅਫਸਰ ਬੈਠੇ ਇਹ ਸਾਡੀਆਂ ਦਾੜੀਆਂ ਖੋਹਦੇ। ਉਹ ਕਹਿੰਦਾ ਵੀ ਜਦੋਂ ਸਾਡੇ ਨਿਆਣਿਆਂ ਨੂੰ ਕਿਸੇ ਨੂੰ ਫੜ ਕੇ ਲੈ ਜਾਂਦੇ ਆ, ਤੇ ਅਸੀਂ ਬਤੌਰ ਜ਼ਿੰਮੇਵਾਰ ਜਾਂਦੇ ਹਾਂ ਮਗਰ ਵੀ ਇਹਦਾ ਕੋਈ ਕਸੂਰ ਨਹੀਂ, ਤੇ ਉਹ ਸਾਡੀ ਸੁਣਦੇ ਨਹੀਂ। ਜਦੋਂ ਅਸੀਂ ਘਰ ਆਉਂਦੇ ਹਾਂ ਤੇ ਉਹ ਸਾਨੂੰ ਆਣ ਕੇ ਆਉਂਦੇ ਆ ਬਣ ਗਏ ਜੇ ਮਾਮੇ, ਦਾੜੀਆਂ ਖਵਾਏ ਜੇ। ਇਸ ਕਰਕੇ ਉਹ ਸਾਡੇ ਵੀ ਆਖੇ ਨਹੀਂ ਲੱਗਦੇ। ਤੇ ਜਿੰਨਾ ਚਿਰ ਤੱਕ ਤੁਸੀਂ ਕਿਸੇ ਦਾ ਦਿਲ ਨਹੀਂ ਜਿੱਤਦੇ, ਉਹਨਾਂ ਚਿਰ ਤੱਕ ਉਹ ਮੁੱਖ ਧਾਰਾ 'ਚ ਨਹੀਂ ਆ ਸਕਦਾ। ਤੇ ਇੱਦਾਂ ਦੀਆਂ ਜਿਹੜੀਆਂ ਗੱਲਾਂ ਦਬਾਉਣ ਵਾਲੀਆਂ ਪੰਜਾਬੀ ਮਾਨਸਿਕਤਾ ਦੇ ਉਲਟ ਨੇ। ਜੇ ਇਸ ਤਰ੍ਹਾਂ ਦੇ ਵਤੀਰੇ ਸਰਕਾਰ ਜਾਰੀ ਰੱਖੇਗੀ ਤੇ ਉਹਨਾਂ ਦੇ ਕੋਈ ਉਸਾਰੂ ਪ੍ਰਭਾਵ ਨਹੀਂ ਪੈਣਗੇ। ਔਰ ਪੰਜਾਬ ਅੱਗੇ ਹੀ ਬੜਾ ਵੱਡਾ ਲੰਮਾ ਸੰਤਾਪ ਭੋਗ ਚੁੱਕਾ। ਪੰਜਾਬ ਦੇ ਵਿੱਚ ਹੋਰ ਜਾਨ ਨਹੀਂ ਰਹੀ ਨਵੇਂ ਤਜਰਬੇ ਕਰਨ ਦੀ। ਇਸ ਕਰਕੇ ਰੱਬ ਦਾ ਹੀ ਵਾਸਤਾ ਦੇ ਸਕਦੇ ਹਾਂ ਕਿ ਸਰਕਾਰਾਂ ਲੋਕ ਹਿੱਤੂ ਫੈਸਲੇ ਲੈਣ, ਇਹੋ ਜਿਹੇ ਜਿਹੜੇ ਨਾਦਰਸ਼ਾਹੀ ਫਰਮਾਨ ਨੇ ਇਹਨਾਂ ਨੂੰ ਵਾਪਸ ਲੈਣ। ਅੱਜ ਸ਼ਰਦ ਪਵਾਰ ਦਾ ਇੱਕ ਬਿਆਨ ਆਇਆ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਿਹੜਾ ਆ ਪੰਜਾਬ ਨੂੰ ਕਹਿ ਸਕਦੇ ਕਿ ਤੰਗ ਪਰੇਸ਼ਾਨ ਕੀਤਾ ਸੀ, ਤੇ ਉਹਨਾਂ ਨੂੰ ਉਸ ਦਾ ਨਤੀਜਾ ਭੁਗਤਣਾ ਪਿਆ। ਕਿਵੇਂ ਵੇਖਦੇ ਤੁਸੀਂ ਉਹਨਾਂ ਦੇ ਇਸ ਬਿਆਨ ਨੂੰ? ਵੇਖੋ ਉਹਨਾਂ ਦਾ, ਵੇਖੋ ਸ਼ਰਦ ਪਵਾਰ ਦਾ ਇੱਕ ਬੜਾ ਲੰਮਾ ਸਿਆਸੀ ਤਜਰਬਾ ਆ। ਕੇਂਦਰ ਦੇ ਵਿੱਚ ਉਹ ਵਜ਼ੀਰ ਵੀ ਰਹੇ ਨੇ, ਆਪਣੀ ਉਹ ਪਾਰਟੀ ਚਲਾ ਰਹੇ ਨੇ। ਬਿਲਕੁਲ ਉਹਨਾਂ ਦੇ ਤਜਰਬੇ ਦੇ ਵਿੱਚ ਕੁਛ ਨਾ ਕੁਛ ਗੱਲ ਹੋਏਗੀ। ਪਰ ਜਿਹੜੀ ਗੱਲ ਆ ਹੈ ਨਾ ਕਿ ਇੰਦਰਾ ਗਾਂਧੀ ਨੇ ਪੰਜਾਬ ਦੇ ਨਾਲ ਕੀਤਾ, ਪੰਜਾਬ ਦੇ ਨਾਲ ਕਰਨ ਦੇ ਵਿੱਚ ਉਹਦਾ ਮੇਨ ਕਾਰਨ ਇੰਦਰਾ ਗਾਂਧੀ ਦਾ ਸੀਗਾ ਕਿ ਐਮਰਜੈਂਸੀ ਦੇ ਖਿਲਾਫ ਅਕਾਲੀ ਦਲ ਨੇ ਸੰਘਰਸ਼ ਲੜਿਆ। ਸਭ ਤੋਂ ਪਹਿਲਾਂ ਆਵਾਜ਼ ਐਮਰਜੈਂਸੀ ਮੋਰਚੇ ਦੇ ਖਿਲਾਫ ਜੇ ਉੱਠੀ ਤੇ ਪੰਜਾਬ 'ਚੋਂ ਉੱਠੀ, ਔਰ ਉਹਨੂੰ ਲੀਡ ਅਕਾਲੀ ਦਲ ਨੇ ਕੀਤਾ। ਔਰ ਇੰਦਰਾ ਗਾਂਧੀ ਨੂੰ ਇਹ ਸੀ ਕਿ ਹਾਂ ਜਾਂ ਇਹ ਕੌਣ ਹੋਣ ਮੇਰੇ ਅੱਗੇ ਆਕੜ ਕੇ ਗੱਲ ਕਰਨ ਵਾਲੇ। ਸਿਰਫ ਇਸ ਚੀਜ਼ ਨੇ ਜਿਹੜੇ ਹੱਥ ਕੰਡੇ ਹੁਣ ਵਰਤੇ ਜਾ ਰਹੇ ਨੇ, ਇਸੇ ਤਰੀਕੇ ਦੇ ਕੇਂਦਰ ਨੇ ਉਦੋਂ ਹੱਥ ਕੰਡੇ ਵਰਤੇ, ਤੇ ਉਹਨਾਂ ਦਾ ਖਮਿਆਜਾ ਕੀ ਭੁਗਤਣਾ ਪਿਆ ਛੱਟੇ ਨੂੰ, ਸਟੇਟ ਨੂੰ ਤੇ ਕੇਂਦਰ ਨੂੰ। ਮਤਲਬ ਉਹ ਲੋਕਾਂ ਨੇ ਆਪਣੇ ਪਿੰਡੇ ਤੇ ਹੰਢਾਇਆ ਆ, ਸ਼ਬਦਾਂ ਤੋਂ ਬਾਹਰੀ ਆ। ਸਾਡਾ ਜਿੰਨਾ ਨੁਕਸਾਨ ਪੰਜਾਬ ਦਾ ਹੋਇਆ, ਕਦੇ ਅਸੀਂ ਉਹਦੀ ਭਰਪਾਈ ਕਰ ਹੀ ਨਹੀਂ ਸਕਦੇ। ਪਹਿਲੀ ਵਾਰ ਪੰਜਾਬ ਕਰਜ਼ਾਈ ਉਸ ਦੌਰ ਵਿੱਚ ਹੋਇਆ, ਤੇ ਕਰਜ਼ਾ ਸਾਡੇ 'ਤੇ ਇਹ ਪਾਇਆ ਵੀ ਤੁਹਾਨੂੰ ਕੁੱਟਿਆ, ਸਾਨੂੰ ਸਾਡੀ ਧਰਤੀ ਦੇ ਉੱਤੇ ਕੁੱਟਣ ਦਾ, ਜਲੀਲ ਕਰਨ ਦਾ ਕਰਜ਼ਾ ਵੀ ਸਾਡੇ ਸਿਰ ਪਾਇਆ ਵੀ ਇਹ ਤੁਹਾਡੀ ਲੜਾਈ ਤੇ ਦੇਸ਼ ਦੀ ਸੀ,
ਲੜੀ ਪੰਜਾਬ ਦੀ ਧਰਤੀ ਤੇ ਗਈ, ਬਜਾਏ ਪੰਜਾਬ ਨੂੰ ਕੰਪਨਸੇਟ ਕਰਨ ਦੇ ਉਹ ਕਰਜ਼ਾ ਅੱਜ ਸੂੰਦਾ ਸੂੰਦਾ ਪੌਣੇ 3 ਲੱਖ ਕਰੋੜ ਰੁਪਈਆ ਸਾਡੇ ਸਿਰ ਦੇ ਉੱਤੇ ਕਰਜ਼ਾ ਹੋ ਗਿਆ, ਕਿਉਂਕਿ ਉਸ ਕਰਜ਼ੇ ਨੇ ਉਹਨੂੰ ਜਾਗ ਲਈ। ਤੇ ਅੱਗੋਂ ਸਾਡੇ ਲੀਡਰਾਂ ਦੀਆਂ ਨਲਾਇਕੀਆਂ ਨੇ ਉਹਦੇ ਵਿੱਚ ਹੋਰ ਦੁੱਧ ਪਾ ਪਾ ਕੇ ਉਹਦਾ ਦਹੀਂ ਚੰਗੀ ਤਰ੍ਹਾਂ ਬਣਾ ਕੇ ਤੇ ਲੱਸੀ ਰੜਕੀ ਆ, ਪਰ ਇਹਦੇ ਚੋਂ ਮੱਖਣ ਨਹੀਂ ਨਿਕਲਣਾ। ਕਰਜ਼ਾ ਨੇ ਇੰਨੀ ਜ਼ਿਆਦਾ ਸਾਡੇ ਪੰਜਾਬੀਆਂ ਦੀ ਜਾਨ ਨਪੀੜੀ ਆ। ਇਹ ਸਹੂਲਤਾਂ ਦੇਣ ਦੀ ਗੱਲ ਕਰੀ ਜਾਂਦੇ ਨੇ, ਜਿੰਨੀਆਂ ਮਰਜ਼ੀ ਸਹੂਲਤਾਂ ਸਰਕਾਰਾਂ ਅਨਾਉਂਸ ਕਰੀ ਜਾਣ, ਜਿੰਨਾ ਚਿਰ ਤੱਕ ਕਮਾਈ ਨਹੀਂ ਆਉਂਦੀ, ਜਦੋਂ ਘੁਣ ਲੱਗ ਗਿਆ, ਇਹ ਸਾਡੇ ਖਜ਼ਾਨੇ ਨੂੰ ਘੁਣ ਲੱਗ ਗਿਆ ਕਰਜ਼ੇ ਦਾ, ਜਿੰਨੀ ਦੇਰ ਤੱਕ ਅਸੀਂ ਕਰਜ਼ੇ ਚੋਂ ਨਹੀਂ ਨਿਕਲਦੇ ਪੰਜਾਬ ਦੀ ਤਰੱਕੀ ਨਹੀਂ ਹੋ ਸਕਣੀ। ਇਸ ਕਰਕੇ ਕੇਂਦਰ ਨੂੰ ਇਸ ਚੀਜ਼ ਦੇ ਉੱਤੇ ਮੁੜ ਤੋਂ ਗੌਰ ਕਰਨੀ ਚਾਹੀਦੀ। ਬੀਤੇ ਦਿਨੀ ਤੁਸੀਂ ਵੇਖਿਆ ਹੋਏਗਾ ਕਿ ਦੋਸ਼ ਲੱਗਦੇ ਨੇ ਬੇਅਦਬੀ ਦੇ ਇੱਕ ਵਿਅਕਤੀ ਦੇ ਉੱਤੇ, ਔਰ ਨਿਹੰਗ ਸਿੰਘਾਂ ਵੱਲੋਂ ਜਿਹੜਾ ਆ ਉਹਦੇ ਜਿਹੜਾ ਆ ਕੁੱਟਮਾਰ ਕੀਤੀ ਜਾਂਦੀ ਹੈ ਔਰ ਉਹਦੀ ਮੌਤ ਹੋ ਜਾਂਦੀ ਹੈ। ਕਿਵੇਂ ਵੇਖਦੇ ਹੋ? ਔਰ ਗ੍ਰਿਫਤਾਰੀਆਂ ਵੀ 4 ਹੋ ਚੁੱਕੀਆਂ ਨੇ ਹੁਣ ਤੱਕ। ਦੇਖੋ ਪ੍ਰਦੀਪ ਜੀ, ਗੱਲ ਇਹ ਹੁੰਦੀ ਆ ਕਿ ਜਦੋਂ ਇਨਸਾਫ ਨਹੀਂ ਮਿਲਦਾ ਫਿਰ ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਨੇ। ਇਹ ਪਿਛਲੇ ਤਜਰਬੇ ਨੇ ਦੱਸਿਆ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਆਈਆਂ, ਉਹਨਾਂ ਦੇ ਵਿੱਚ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੈ ਕਿ ਕੋਈ ਆਪਣਾ ਉਸਾਰੂ ਰੋਲ ਨਹੀਂ ਨਿਭਾਇਆ। ਨਾ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਨੱਪਣਾ ਚਾਹੀਦਾ ਸੀ, ਨਾ ਉਹ ਨੱਪਿਆ, ਕਿਉਂਕਿ ਬੜੇ ਸੰਵੇਦਨਸ਼ੀਲ ਮੁੱਦਿਆਂ ਦੇ ਉੱਤੇ ਜਦੋਂ ਸਿਆਸਤ ਹੋਵੇ ਤੇ ਉਹਦਾ ਇੰਪੈਕਟ ਆ ਜਿਹੜਾ ਹੁਣ ਵਾਪਰਿਆ। ਜੇ ਉਸ ਬੰਦੇ ਨੂੰ ਫੜ ਲਿਆ ਗਿਆ ਹੈ, ਮੈਂ ਇੱਕ ਦੋ ਉਹਦੀਆਂ ਆਡੀਓ ਵਗੈਰਾ ਸੁਣੀਆਂ, ਥੋੜ੍ਹੀਆਂ ਕਲਿੱਪਸ ਆਈਆਂ ਨੇ ਵੀ ਉਹ ਕਹਿ ਰਿਹਾ ਕਿ ਅਸੀਂ 20 ਬੰਦੇ ਹਾਂ ਅਤੇ ਸਾਨੂੰ 30-30 ਹਜ਼ਾਰ ਰੁਪਈਆ ਦਿੱਤਾ ਗਿਆ। ਜੇ ਉਹ ਜਿਉਂਦਾ ਫੜ ਲਿਆ ਗਿਆ ਸੀਗਾ ਅਤੇ ਉਹਦੇ ਕੋਲੋਂ ਇਹਦੀ ਤਹਿ ਤੱਕ ਜਾਣਾ ਚਾਹੀਦਾ ਸੀ, ਉਹਨੂੰ ਪਤਾ ਲੱਗ ਜਾਂਦਾ ਵੀ ਇਹ ਕੌਣ ਹੈ ਇਹਦੇ ਪਿੱਛੇ। ਅਕਸਰ ਜਿਹਨੇ 30-30 ਹਜ਼ਾਰ ਰੁਪਈਆ ਦਿੱਤਾ ਉਹਨੇ ਫੰਡਿੰਗ ਕਿਸ ਮਕਸਦ ਨਾਲ ਕੀਤੀ ਆ, ਉਹ ਬੰਦਾ ਕੌਣ ਹੈ। ਬੇਸ਼ੱਕ ਜੇ ਇਨਵੈਸਟੀਗੇਸ਼ਨ ਏਜੰਸੀਆਂ ਦੇ ਉੱਤੇ ਭਰੋਸਾ ਨਹੀਂ ਸੀ ਤੇ ਉਹਨਾਂ ਨੂੰ ਆਪ ਇੰਟਰੋਗੇਟ ਕਰ ਲੈਂਦੇ ਇਸ ਕੰਮ ਨਾਲੋਂ ਜ਼ਿਆਦਾ। ਇਹ ਤਾਂ ਉਹਨਾਂ ਨੇ ਜਜ਼ਬਾਤੀ ਹੋ ਕੇ, ਜਿਹੜੇ ਉਹ ਨਿਹੰਗ ਸਿੰਘ ਨੇ, ਉਹ ਜਦੋਂ ਬੰਦਾ ਜਜ਼ਬਾਤ ਦੇ ਵਹਿਣ ਵਿੱਚ ਵਹਿ ਜਾਂਦਾ ਉਹਨੂੰ ਫਿਰ ਕਈ ਵਾਰ ਆਪਣੀ ਸੰਤੁਲਨ ਹੋਸ਼ ਦਾ ਜਿਹੜਾ ਗਵਾਚ ਜਾਂਦਾ, ਨਹੀਂ ਪਤਾ ਲੱਗਦਾ ਕਿ ਕੀ ਹੋਇਆ। ਕਿਉਂਕਿ ਧਾਰਮਿਕ ਤੌਰ ਦੇ ਉੱਤੇ ਸਾਡੇ ਲੋਕ ਜਿਹੜੇ ਨੇ ਜਦੋਂ ਗ੍ਰੰਥਾਂ ਦਾ ਸਤਿਕਾਰ ਇਹਨਾਂ ਕਰਦੇ ਆ ਅਤੇ ਜਦੋਂ ਉਹਨੂੰ ਠੇਸ ਵੱਜਦੀ ਹੈ ਅਤੇ ਪਿਛਲੇ ਸਮੇਂ ਦਾ ਜਿੱਦਾਂ ਆਂਦੇ ਨਾ ਅੱਗ ਦਾ ਡਰਿਆ ਕਹਿਣੇ ਤੋਂ ਵੀ ਡਰਦਾ, ਉਹ ਫਿਰ ਗੁੱਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਉਹ ਪ੍ਰਗਟ ਹੋ ਜਾਂਦਾ। ਬਾਕੀ ਉਸ ਬੰਦੇ ਦੇ ਪਿੱਛੇ ਜਿੱਦਾਂ ਹੁਣ ਉਹਦਾ ਆ ਰਿਹਾ ਵੀ ਉਹਦਾ ਕੋਈ ਇਹੋ ਜਿਹਾ ਕੋਈ ਕਿਰਦਾਰ ਜਾਪਿਆ ਨਹੀਂ ਗਾ, ਪਰ ਉਹਨੂੰ ਕਿਸ ਤਰੀਕੇ ਨਾਲ ਵਰਤਿਆ ਗਿਆ, ਕੌਣ ਹੈ। ਹੁਣ ਵੇਖੋ ਨਾ, ਇਹ ਤਾਂ ਉਹ ਤਾਂ ਜਿਹੜਾ ਕੰਮ ਹੋ ਗਿਆ, ਦੋਸ਼ੀ ਫੜੇ ਗਏ, ਆਪ ਹੀ ਸਰੈਂਡਰ ਕਰਤਾ ਉਹਨਾਂ ਨੇ। ਜੋ ਕੁਝ ਵੀ ਕਾਨੂੰਨ ਇਨਸਾਫ ਕਰੇਗਾ, ਜੋ ਕਾਨੂੰਨ ਉਹਨਾਂ ਨੂੰ ਸਜ਼ਾ ਦੇਗਾ ਜਾਂ ਜੋ ਵੀ ਬਣੇਗਾ ਉਹ ਕਾਰਵਾਈ ਤਾਂ ਹੋਏਗੀ, ਪਰ ਇੱਕ ਡਰ ਤਾਂ ਸਾਡੇ ਮਨ ਦੇ ਵਿੱਚ ਬਹਿ ਗਿਆ ਨਾ ਕਿ 19 ਬੰਦਿਆਂ ਦੀ ਫੌਜ ਅਜੇ ਇਹੋ ਜਿਹੀ ਉੱਥੇ ਤੁਰੀ ਫਿਰਦੀ ਹੈ ਜਿਹੜੀ ਕੋਈ ਹੋਰ ਵੀ ਵਾਰਦਾਤ ਕਰ ਸਕਦੀ ਹੈ। ਕਿ ਉਹਨਾਂ ਨਾਲ ਵੀ ਇੱਦਾਂ ਹੀ ਹੋਏਗਾ? ਜੇ ਇੱਦਾਂ ਹੀ ਹੋਏਗਾ, ਮੈਨੂੰ ਇਹ ਪਤਾ ਲੱਗਾ ਵੀ ਇਹ ਜਿਹੜਾ ਡੇਰੇ 'ਤੇ ਵਾਰਦਾਤ ਹੋਈ ਆ, ਇਹ ਕੋਈ ਉੱਥੇ ਜਿਹੜਾ ਗ੍ਰੰਥ ਦਾ ਪ੍ਰਕਾਸ਼ ਸੀਗਾ ਕੋਈ ਸਿੰਘੂ ਮੋਰਚੇ 'ਤੇ ਨਹੀਂ ਸੀ ਕੀਤਾ ਗਿਆ, ਇਹ ਥੋੜ੍ਹਾ ਹਟਵਾਂ ਆ, ਭਾਵੇਂ ਚੰਦ ਕਦਮ ਹੀ ਆ, ਉੱਥੇ ਇਹਨਾਂ ਦਾ ਨਿਹੰਗ ਸਿੰਘਾਂ ਦਾ ਡੇਰਾ ਆ, ਉੱਥੇ ਸੀ, ਉੱਥੇ ਕੀਤਾ ਗਿਆ। ਪਰ ਉਸ ਲਾਸ਼ ਨੂੰ ਲਿਆ ਕੇ, ਮਤਲਬ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਲਿਆ ਕੇ ਉਹਦੀ ਲੱਤ 'ਤੇ ਬਾਂਹ ਵੱਢ ਕੇ ਅਤੇ ਉੱਥੇ ਬੈਰੀਕੇਡ ਦੇ ਨਾਲ ਟੰਗ ਕੇ ਇੱਕ ਤਰੀਕੇ ਦੇ ਨਾਲ ਤੇ ਉਹਨੂੰ ਕਿਸਾਨ ਸੰਘਰਸ਼ ਦੇ ਨਾਲ ਹੀ ਟੈਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਬੇਸ਼ੱਕ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹਿ ਦਿੱਤੀ ਆ ਵੀ ਸਾਡਾ ਇਹਦੇ ਨਾਲ ਕੋਈ ਰੋਲ ਨਹੀਂ, ਪਰ ਇਹ ਕਹਿ ਕੇ ਵੀ ਉਹ ਬਰੀ ਨਹੀਂ ਹੋ ਸਕਦੇ। ਕਹਿ ਦਿੱਤਾ ਵੀ ਸਾਡਾ ਕੋਈ ਰੋਲ ਨਹੀਂ, ਪਰ ਉੱਥੇ ਲਿਆ ਕੇ ਜਿਸ ਤਰੀਕੇ ਦੇ ਨਾਲ ਉਹਨੂੰ ਟੰਗ ਦਿੱਤਾ ਗਿਆ, ਉਦੋਂ ਵੀ ਕਿਸਾਨ ਸੰਘਰਸ਼ ਦਾ ਜਿਹੜੇ ਆਗੂ ਨੇ ਉਹਨਾਂ ਦੇ ਫਰਜ਼ ਬਣਦੀ ਸੀ ਆਪਣੀ ਭੂਮਿਕਾ ਨਿਭਾਉਣ ਦੀ। ਕੁੱਲ ਮਿਲਾ ਕੇ ਇਹ ਜੋ ਕੁਛ ਵੀ ਹੋਇਆ ਬਹੁਤ ਮਾੜਾ ਹੋਇਆ, ਕਿਉਂਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਵੀ ਧਰਮ ਗ੍ਰੰਥ ਦੇ ਨਾਲ, ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਉਹਦੀ ਬੇਅਦਬੀ ਕੋਈ ਮਨੁੱਖ ਨਹੀਂ ਕਰ ਸਕਦਾ। ਇਹ ਮਨੁੱਖ ਦੇ ਰੂਪ ਵਿੱਚ ਸ਼ੈਤਾਨ ਔਰ ਘਟੀਆ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ, ਔਰ ਜਿਹੜੇ ਇਹਨਾਂ ਕੋਲ ਕਰਾਉਂਦੇ ਨੇ ਉਹ ਵੀ ਨਹਾਇਤ ਜਲੀਲ ਬੰਦੇ ਨੇ ਜਿਹੜੇ ਇਹੋ ਜਿਹਾ ਕੰਮ ਕਰਦੇ ਨੇ। ਇਸ ਕਰਕੇ ਜੋ ਕੁਝ ਵੀ ਹੋਇਆ ਬਹੁਤ ਮਾੜਾ ਹੋਇਆ, ਅਤੇ ਭਵਿੱਖ ਦੇ ਵਿੱਚ ਇਹਦੇ ਤੋਂ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ ਕਿ ਜੇ ਕੋਈ ਇਹੋ ਜਿਹਾ ਅਨਸਰ ਕਾਬੂ ਆਉਂਦਾ, ਉਹਨੂੰ ਪਹਿਲਾਂ ਚੰਗੀ ਤਰ੍ਹਾਂ ਇੰਟਰੋਗੇਟ ਕੀਤਾ ਜਾਵੇ, ਉਹਦੇ ਕੋਲੋਂ ਅਸਲ ਗੱਲ ਕਢਾਈ ਜਾਵੇ। ਹੋ ਸਕਦਾ ਸੀਗਾ ਕਿ ਜੇ ਇਸ ਬੰਦੇ ਨੂੰ ਸਹੀ ਢੰਗ ਦੇ ਨਾਲ ਇੰਟਰੋਗੇਟ ਕਰ ਲਿਆ ਜਾਂਦਾ ਤਾਂ ਹੋ ਸਕਦਾ ਸੀ ਪਿਛਲੀਆਂ ਕਈ ਬੇਅਦਬੀਆਂ ਇੱਦਾਂ ਦੀਆਂ ਜਿਹੜੀਆਂ ਸੀ ਹੋਰ ਉਹਨਾਂ ਦੀਆਂ ਵੀ ਪਰਤਾਂ ਖੁੱਲ੍ਹ ਜਾਂਦੀ। ਮੈਂ ਇੱਕ ਗੱਲ ਐਡ ਕਰਨਾ ਚਾਹਾਂਗਾ, ਕਿਉਂਕਿ ਜੋ ਮੀਡੀਆ ਰਿਪੋਰਟਸ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੀ ਉਹਦੀ ਭੈਣ ਹੈ ਉਹਨੇ ਕਿਹਾ ਕਿ ਮੈਨੂੰ
50 ਰੁਪਏ ਮੇਰੇ ਕੋਲ ਇਹਨੇ ਮੰਗੇ ਨੇ ਔਰ ਮੈਨੂੰ ਕਿਹਾ ਕਿ ਮੇਰੇ ਕੱਪੜੇ ਜਿਹੜੇ ਆ ਉਹ ਧੋ ਦੇ। ਮੈਂ ਕੱਪੜੇ ਧੋ ਕੇ ਦਿੱਤੇ ਆ, ਪੈਂਟ ਸ਼ਰਟ ਧੋ ਕੇ ਦਿੱਤੀ ਹੈ ਇਹਨੂੰ ਔਰ 50 ਰੁਪਏ ਨਾਲ ਦਿੱਤੇ। 50 ਰੁਪਏ ਦੇ ਨਾਲ ਦਿੱਲੀ ਤੱਕ ਤਾਂ ਬੰਦਾ ਜਾ ਨਹੀਂ ਸਕਦਾ। ਸੋ ਗੱਲ ਇਹੀ ਆ ਕਿ ਇਹਦੇ ਪਿੱਛੇ ਕੋਈ ਨਾ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ। ਨਹੀਂ, ਕੋਈ ਤਾਕਤ ਕੰਮ ਕਰ ਰਹੀ। ਵੇਖੋ, ਉਹ ਬੰਦਾ ਇੱਕ ਤਾਂ ਨਸ਼ਈ ਦੱਸਿਆ ਜਾਂਦਾ, ਦੂਸਰਾ ਉਹ ਗਰੀਬ ਦੱਸਿਆ ਜਾਂਦਾ। ਗਰੀਬੀ ਦਾ ਫਾਇਦਾ ਜਿਹੜੀ ਆ ਉਹਦੀ ਦਾ, ਕਿਉਂਕਿ ਨਸ਼ੇ ਦੇ ਕਰਕੇ ਇਹੋ ਜਿਹੇ ਬੰਦੇ ਦੀ ਮਾਨਸਿਕ ਦਸ਼ਾ ਜਿਹੜੀ ਉਹ ਬੜੀ ਕਮਜ਼ੋਰ ਹੋ ਜਾਂਦੀ ਹੈ ਅਤੇ ਪੈਸੇ ਵਾਲੇ ਬੰਦੇ ਜਿਹੜੇ ਛਾਤਰ ਕਿਸਮ ਦੇ ਬੰਦੇ ਹੁੰਦੇ ਉਹ ਇਹੋ ਜਿਹੇ ਮੋਹਰੇ ਬਣਾਉਂਦੇ ਆ। ਕਿਉਂਕਿ ਅਸੀਂ ਵੇਖਿਆ ਕਈ ਵਾਰੀ, ਵੇਖੋ ਤੁਸੀਂ ਆਮ ਹੀ ਸੁਣਨ 'ਚ ਆਉਂਦਾ, ਆਤਮਘਾਤੀ ਬੰਬ ਚੱਲ ਜਾਂਦੇ, ਉਹਨਾਂ ਨੂੰ ਵੀ ਪੈਸੇ ਪੂਸੇ ਦੇ ਕੇ ਵੱਡੀਆਂ ਏਜੰਸੀਆਂ ਹਾਇਰ ਕਰਦੀਆਂ ਨੇ, ਉਹ ਆਪਣਾ ਆਪ ਹੀ ਤਬਾਹ ਕਰ ਜਾਂਦੇ ਨੇ ਨਾਲ। ਇਹ ਵੀ ਤਾਂ ਤਬਾਹ ਕਰਨ ਵਾਲੇ ਪਾਸੇ ਹੀ ਤੁਰਿਆ ਨਾ। ਹੁਣ ਤੁਸੀਂ ਵੇਖੋ, ਉਹ ਬੰਦਾ ਬਿਲਕੁਲ ਸਿਰੋਂ ਗੰਜਾ, ਦਾੜੀ ਕੱਟੀ ਆ ਉਹਨੇ। ਹੁਣ ਇਹੋ ਜਿਹੇ ਬੰਦੇ ਦਾ ਕਸ਼ਹਿਰਾ ਪਾਉਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ। ਅਕਸਰ ਉਹਨੂੰ ਕਸ਼ਹਿਰਾ ਕਿਹਨੇ ਪ੍ਰੋਵਾਈਡ ਕਰਾਇਆ? ਜੇ ਉਹ ਕਸ਼ਹਿਰਾ ਪਾ ਕੇ ਗਿਆ ਹੈ, ਜੇ ਉਹ ਕਿਸੇ ਟਰਾਲੀ ਦੇ ਉੱਤੇ ਚੜ੍ਹ ਕੇ ਜਾਂ ਕਿਸੇ ਵੀ ਹੋਰ ਸਾਧਨ ਦੇ ਰਾਹੀਂ ਉੱਥੇ ਮੋਰਚੇ 'ਚ ਪਹੁੰਚ ਗਿਆ, ਉਹ ਨਿਹੰਗ ਸਿੰਘਾਂ ਦੇ ਡੇਰੇ 'ਚ ਕੀ ਲੈਣ ਗਿਆ? ਉੱਥੇ ਜਾ ਕੇ ਉਹਨੇ ਕਿਸ ਗ੍ਰੰਥ ਦੇ ਨਾਲ ਕੀ ਕੀਤਾ ਹੈ, ਇਹ ਤਾਂ ਵਿਸ਼ਾ ਹੀ ਬਹੁਤ ਅਗਲਾ ਨਾ ਜਾ ਕੇ ਵੀ ਉਹਨੇ ਕਿਉਂ ਕੀਤਾ। ਪਹਿਲੀ ਗੱਲ ਤਾਂ ਇਹ ਕਿ ਉਹਨੂੰ ਉਸ ਲਿਬਾਸ ਦੇ ਵਿੱਚ, ਕਸ਼ਹਿਰੇ ਦੇ ਵਿੱਚ ਤਿਆਰ ਕਰਕੇ ਉੱਥੇ ਲੈ ਕੇ ਜਾਣਾ ਕਿਸੇ ਸਾਜ਼ਿਸ਼ ਦਾ ਹਿੱਸਾ ਹੈ। ਔਰ ਮੈਂ ਤਾਂ ਇਹ ਕਹੂੰਗਾ ਕਿ ਪੰਜਾਬ ਸਰਕਾਰ ਨੂੰ ਆਪਣੀਆਂ ਏਜੰਸੀ ਚਲਾ ਕੇ ਇਹਦੀ ਪੜਤਾਲ ਕਰਨੀ ਚਾਹੀਦੀ ਹੈ ਕਿ ਉਸ ਬੰਦੇ ਨੂੰ ਉਹਦੇ ਪਿੰਡ ਤੋਂ ਕਿਹੜਾ ਬੰਦਾ ਵਰਗਲਾ ਕੇ ਆਪਣੇ ਪ੍ਰਭਾਵ ਹੇਠ ਕਰਕੇ ਇੱਥੋਂ ਲੈ ਕੇ ਤੁਰਿਆ। ਅਕਸਰ ਵੇਖੋ, ਜੇ ਸਰਕਾਰ ਚਾਹਵੇ ਨਾ ਤੇ ਸਭ ਕੁਝ ਕਰ ਸਕਦੀ ਹੈ। ਅਤੇ ਜੇ ਪ੍ਰਸ਼ਾਸਨ ਦੀ ਢਿੱਲੋਂ, ਜੇ ਹੁਣ ਇਹ ਨਹੀਂ ਛੱਡ ਦੇਣਾ ਚਾਹੀਦਾ ਕਿ ਇਹ ਵਾਰਦਾਤ ਜੀ ਹਰਿਆਣੇ 'ਚ ਵਾਪਰੀ ਹੈ ਅਤੇ ਇੱਥੇ ਹਰਿਆਣਾ ਸਰਕਾਰ ਕਰੇ, ਕਿਉਂਕਿ ਪੰਜਾਬ ਨਾਲ ਸੰਬੰਧਿਤ ਹੈ। ਇਹਨੇ ਪੰਜਾਬ ਦੇ ਮਾਹੌਲ ਨੂੰ ਪ੍ਰਭਾਵਿਤ ਕੀਤਾ ਔਰ ਕਰਨਾ ਹੈ। ਅਤੇ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇੱਥੋਂ ਜਿੱਥੋਂ ਉਹਦੇ ਪਿੰਡੋਂ ਤੁਰਿਆ, ਇੱਥੋਂ ਉਹਦੀ ਲੜੀ ਜਿਹੜੀ ਆ ਉਹਨੂੰ ਪੂਰੀ ਤਰ੍ਹਾਂ ਨਾਲ ਟਰੇਸ ਕੀਤਾ ਜਾਵੇ, ਉਹਦੇ ਨਾਲ ਕੜੀ ਜੋੜ ਕੇ ਹਰਿਆਣਾ ਸਰਕਾਰ ਦਾ ਵੀ ਸਹਿਯੋਗ ਲੈ ਲਿਆ ਜਾਵੇ। ਪਰ ਇਹਦੇ ਪਿੱਛੇ ਜਿਹੜੇ ਮਾਸਟਰ ਮਾਈਂਡ ਨੇ ਉਹ ਨੰਗੇ ਜ਼ਰੂਰ ਕੀਤੇ ਜਾਣ, ਨਹੀਂ ਤਾਂ ਇਸ ਤਰ੍ਹਾਂ ਦੇ ਬੰਦੇ ਹੋਰ ਵੀ ਇਹ ਵਾਰਦਾਤਾਂ ਕਰਕੇ ਪੰਜਾਬ ਦੀ ਫਿਰਕੂ ਇਕਸੁਰਤਾ ਨੂੰ ਖਰਾਬ ਕਰਨਗੇ। ਪ੍ਰਧਾਨ ਜੀ, ਬੀਐਸਪੀ ਪ੍ਰਧਾਨ ਮਾਇਆਵਤੀ ਦਾ ਬਿਆਨ ਹੁੰਦਾ ਹੈ ਕਿ ਇੱਕ ਸਰਕਾਰੀ ਨੌਕਰੀ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਜਿਹੜੇ ਆ ਉਹਨਾਂ ਨੂੰ ਦੇਣੇ ਚਾਹੀਦੇ। ਕਿਵੇਂ ਵੇਖਦੇ ਉਹਨਾਂ ਦੇ ਬਿਆਨ ਨੂੰ? ਦੇਖੋ, ਉਹ ਸਿਆਸੀ ਲੋਕ ਨੇ ਅਤੇ ਉਹ ਸਿਆਸਤ ਕਰਦੇ ਨੇ ਕਾਸਟਿਜ਼ਮ ਦੀ। ਮਾਇਆਵਤੀ ਦਾ ਜੋ ਬਿਆਨ ਆ, ਮੈਨੂੰ ਲੱਗਦਾ ਵੀ ਉਹ ਸਿਰਫ ਇੱਕ ਤਰੀਕੇ ਦੇ ਨਾਲ, ਕਿਉਂਕਿ ਉਹ ਦਲਿਤ ਪਰਿਵਾਰ ਨਾਲ ਅੱਜ ਕੱਲ੍ਹ ਤਾਂ ਸ਼ਾਇਦ ਐਸਸੀ ਕਮਿਸ਼ਨ ਨੇ ਇਹਦੇ 'ਤੇ ਪਾਬੰਦੀ ਲਾਤੀ ਹੈ ਕਿ ਦਲਿਤ ਵੀ ਨਹੀਂ ਕਹਿਣਾ। ਚਲੋ, ਜੇ ਗਲਤੀ ਹੋਵੇ ਤਾਂ ਮੈਂ ਸ਼ਬਦ ਵਾਪਸ ਲੈਣਾ। ਬਟ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਆ, ਉਹ ਇਵੇਂ ਹੀ ਲੱਗਦਾ ਹੈ ਵੀ ਉਹ ਸਿਰਫ ਜ਼ਾਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਇਹ ਬਿਆਨ ਦਿੱਤਾ। ਪਰ ਉਹ ਪਤਾ ਲੱਗਾ ਕਿ ਉਹ ਮਾਰਨ ਵਾਲਾ ਅਤੇ ਮਰਨ ਵਾਲਾ ਦੋਵੇਂ ਇੱਕ ਹੀ ਬਰਾਦਰੀ ਦੇ ਹੀ ਨੇ। ਇਸ ਕਰਕੇ ਉਹਦੇ 'ਚ ਉਹ ਗੱਲ ਨਹੀਂ ਬਣਨੀ। ਵੇਖੋ, ਮੁਜਰਮ ਤਾਂ ਮੁਜਰਮ ਆ। ਹੁਣ ਇਹਦਾ ਮਤਲਬ ਇਹ ਆ ਕਿ ਉਹਨੂੰ ਇੰਨਾ ਜ਼ਿਆਦਾ ਤੁਸੀਂ ਕੰਪਨਸੇਟ ਕਰਾਉਣਾ ਚਾਹੁੰਦੇ ਹੋ। ਜਿਹੜੇ ਤਾਂ ਦੋਸ਼ੀ ਨੇ ਉਹਨਾਂ ਨੂੰ ਤਾਂ ਸਜ਼ਾ ਦੇਣ ਦੀ ਕੋਈ ਤੁਕ ਬਣਦੀ ਹੈ। ਇੱਕ ਬੰਦੇ ਨੇ ਕ੍ਰਾਈਮ ਕੀਤਾ ਮਿੱਥ ਕੇ, ਤੁਸੀਂ ਉਹਦੇ ਵਾਸਤੇ ਕੰਪਨਸੇਸ਼ਨ ਦੀ ਮੰਗ ਕਰ ਰਹੇ ਹੋ ਉਸ ਤਰਜ਼ ਦੇ ਉੱਤੇ ਜਿਹੜੇ ਬੰਦੇ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਆ ਉਹ ਗੱਡੀ ਚੜ੍ਹਾ ਕੇ ਮਾਰ ਦਿੱਤੇ ਗਏ। ਮਾਇਆਵਤੀ ਦਾ ਕਹਿਣ ਦਾ ਮਤਲਬ ਇਹੀ ਆ ਕਿ ਜਿੱਦਾਂ ਚੰਨੀ ਜੀ ਨੇ ਉੱਥੇ ਅਨਾਉਂਸਮੈਂਟ ਕੀਤੀ ਆ, ਇਸੇ ਤਰੀਕੇ ਦੇ ਨਾਲ ਉਹ ਇੱਥੇ ਵੀ ਕਰਨ। ਇਹਦਾ ਮਤਲਬ ਹੈ ਕਿ ਅਸੀਂ ਇਨਕਰੇਜ ਕਰੀਏ ਕਿ ਕੋਈ ਬੰਦਾ ਜਿਹਨੂੰ ਕੋਈ ਹੋਰ ਕੰਮਕਾਰ ਨਹੀਂ ਲੱਭਦਾ ਅਤੇ ਜਿਹੜਾ ਮਰਨ ਕਿਨਾਰੇ ਆ, ਜਿਹੜਾ ਨਸ਼ਈ ਆ, ਉਹ ਉੱਠੇ ਅਤੇ ਕਿਸੇ ਹੋਰ ਗੁਰੂ ਘਰ 'ਚ ਵੜ ਕੇ ਜਾਂ ਕਿਸੇ ਹੋਰ ਡੇਰੇ 'ਚ ਵੜ ਕੇ ਅਤੇ ਕਿਸੇ ਨਾ ਕਿਸੇ ਗ੍ਰੰਥ ਦੀ ਬੇਅਦਬੀ ਕਰੇ। ਕਿਉਂਕਿ ਇਹੋ ਜਿਹੇ ਨਸ਼ਈ ਤੇ ਆਪ ਹੀ ਮਰੇ ਹੁੰਦੇ ਨੇ। ਜਿਹਦਾ ਮਤਲਬ ਇਹ ਬਹਾਨਾ ਬਣਾ ਲੈਣਗੇ ਵੀ ਇਹਨੂੰ ਤਾਂ ਮਰਿਆ ਹੀ ਆ ਅਤੇ ਤੂੰ ਤਾਂ ਕਰ ਹਾਂ ਜਾ ਕੇ ਕੁਝ ਨਾ ਕੁਝ, ਤੈਨੂੰ ਕੀ ਹੋਣ ਲੱਗਾ, ਪਾੜ ਦੇ 2 ਅੰਗ ਜਾ ਕੇ ਕਿਸੇ ਨਾ ਕਿਸੇ ਦੇ, ਅਤੇ ਤੇਰੇ ਪਰਿਵਾਰ ਨੂੰ ਨੌਕਰੀ ਮਿਲ ਜੂ, 50 ਲੱਖ ਰੁਪਈਆ ਮਿਲ ਜੂ। ਇੱਥੇ ਮੂਰਖਾਂ ਦੀ ਕਮੀ ਆ? ਕੋਈ ਬਥੇਰੇ ਮੂਰਖਾਂ ਦੀ ਲੈਣ ਲੱਗੀ ਪਈ ਆ। ਇਹ ਤਾਂ ਕ੍ਰਾਈਮ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਆ। ਇਸ ਕੇਸ ਦੇ ਵਿੱਚ ਇਨਸਾਫ ਹੋਣਾ ਚਾਹੀਦਾ ਔਰ ਪਤਾ ਲੱਗਣਾ ਚਾਹੀਦਾ ਕਿ ਉਸ ਬੰਦੇ ਨੂੰ ਕਿਹਨੇ ਵਰਗਲਾ ਕੇ ਮਗਰ ਖੜਿਆ। ਹਾਂ, ਜੇ ਕੋਈ ਉਹਦਾ ਸਾਜ਼ਿਸ਼ਕਾਰ ਪਤਾ ਲੱਗਦਾ ਅਤੇ ਮਾਇਆਵਤੀ ਜੀ ਉਸ ਸਾਜ਼ਿਸ਼ਕਾਰ ਦੇ ਕੋਲੋਂ ਜਿੰਨਾ ਮਰਜ਼ੀ ਉਹਦੇ ਟੱਬਰ ਨੂੰ ਕੰਪਨਸੇਟ ਕਰਾ ਦੇਣ। ਅੱਜ ਉਹਦਾ ਟੱਬਰ ਕਹੀ ਜਾਂਦਾ ਬੇਸ਼ੱਕ ਸਾਡੇ ਵਾਸਤੇ ਨਿਕੰਮਾ ਸੀ, ਸਾਡੇ ਕਿਸੇ ਕੰਮ ਦਾ ਨਹੀਂ, ਪਰ ਸਾਡਾ ਜੀਅ ਤਾਂ ਹੈਗਾ ਸੀ ਨਾ। ਤੁਹਾਡਾ ਜੀਅ ਤਾਂ ਹੈਗਾ ਸੀ ਅਤੇ ਤੁਹਾਡੇ ਜੀਅ ਦੀ ਹਰਕਤ ਦੇ ਕਰਕੇ ਪਤਾ ਨਹੀਂ ਕੀ ਕੁਝ ਹੋ ਜਾਣਾ ਸੀ ਇੱਥੇ। ਇਹਦੇ ਬਾਰੇ 'ਚ ਤੁਸੀਂ ਕੋਈ ਜ਼ਿੰਮੇਵਾਰੀ ਲੈ ਸਕਦੇ ਹੋ? ਇਸ ਕਰਕੇ ਮਾਇਆਵਤੀ ਜੀ ਨੂੰ ਇਹਦੀ ਸਾਜ਼ਿਸ਼ ਟਰੇਸ ਕਰਾਉਣੀ ਚਾਹੀਦੀ ਹੈ। ਜਿਹੜੇ ਸਾਜ਼ਿਸ਼ਕਰਤਾ ਨੇ, ਬੇਸ਼ੱਕ ਉਹਨਾਂ ਕੋਲੋਂ 50 ਲੱਖ ਛੱਡ ਕੇ ਕਰੋੜ ਦਵਾ ਦੇਣ, ਇਹ ਮਾਇਆਵਤੀ ਜੀ ਦਾ ਮਾਮਲਾ ਹੈ। ਪਰ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਕੇ ਉਹ ਮਾਹੌਲ ਨਹੀਂ ਬਣਾਉਣਾ ਚਾਹੀਦਾ ਕਿ ਕੱਲ੍ਹ ਨੂੰ ਪੰਜਾਬ ਦੇ ਵਿੱਚ ਵੋਟਾਂ ਮੰਗਣ ਵਾਸਤੇ ਆਉਣ ਅਤੇ ਲੋਕ ਗਲ 'ਚ ਸੱਪ ਪਵਾ ਕੇ ਪੁੱਛਣ। ਇਸ ਕਰਕੇ ਇਹਦੇ ਤੋਂ ਵੀ ਗਰੇਜ਼ ਕਰਨਾ ਚਾਹੀਦਾ ਲੀਡਰਾਂ ਨੂੰ। ਲੋਕ ਅੱਜ ਕੱਲ੍ਹ ਉਹ ਪੁਰਾਣਾ ਜ਼ਮਾਨਾ ਨਹੀਂ ਰਿਹਾ ਵੀ ਲੀਡਰਾਂ ਦੀਆਂ ਗੱਲਾਂ ਕਰਕੇ ਲੋਕ ਭੁੱਲ ਜਾਂਦੇ। ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਹਰ ਬੰਦੇ ਨੇ ਜੇਬ 'ਚ ਰਿਕਾਰਡਿੰਗ ਮਸ਼ੀਨ ਪਾਈ ਆ, ਉਹ ਰਿਕਾਰਡ ਕਰਕੇ ਰੱਖਦਾ, ਕਿਉਂਕਿ ਇਹੋ ਜਿਹੇ ਬਿਆਨਾਂ ਦੇ ਨਾਲ ਉਹਨਾਂ ਦੇ ਜਿਹੜੇ ਨਵੇਂ ਸਿਆਸੀ ਭਾਈਵਾਲ ਬਣੇ ਉਹਨਾਂ ਲਈ ਵੀ ਮੁਸ਼ਕਲ ਖੜੀ ਹੋ ਸਕਦੀ।
ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਫਿਰ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਔਰ ਲਿਖਿਆ ਗਿਆ ਕਿ ਜਿਹੜੇ 18 ਨੁਕਾਤੀ ਪ੍ਰੋਗਰਾਮ ਤੇ ਜਿਹੜੇ ਜ਼ਰੂਰੀ ਪ੍ਰੋਗਰਾਮ ਹੈਗੇ ਸੀ ਉਹ ਜਲਦੀ ਜਿਹੜੇ ਆ ਉਹ ਲਾਗੂ ਕੀਤੇ ਜਾਣ। ਕਿਵੇਂ ਵੇਖਦੇ ਹੋ? ਸਿੱਧੂ ਸਾਹਿਬ ਦੀ ਗੱਲ ਇਹ ਆ ਵੀ ਜਿੱਦਾਂ ਕੋਈ ਬੰਦਾ ਕਿਤੇ ਕੰਮਕਾਰ ਕਰੇ ਨਾ ਤੇ ਆਪਣੇ ਬੌਸ ਨੂੰ ਆਖੇ ਮੇਰੀ ਤਨਖਾਹ ਵਧਾਓ, ਮੇਰੀ ਤਨਖਾਹ ਵਧਾਓ, ਮੈਂ ਨਹੀਂ ਜੀ ਕੰਮ ਕਰਨਾ, ਮੈਂ ਨਹੀਂ ਜੀ ਕੰਮ ਕਰਨਾ, ਤੇ ਅੱਗੋਂ ਬੌਸ ਵੀ ਸਿਰ ਫਿਰਿਆ ਜਾਂ ਕੋਈ ਟੱਕਰ ਜਿਹਾ ਕੋਈ ਤਾਂ ਆਖੇ ਜਾਂ ਨਹੀਂ ਵਧਾਉਂਦੇ, ਕਹਿੰਦਾ ਕੋਈ ਨਹੀਂ ਵਧਾਉਂਦੇ, ਆਪਾਂ ਉਨੀ ਤਨਖਾਹ 'ਤੇ ਹੀ ਕੰਮ ਕਰਨਾ। ਸਿੱਧੂ ਸਾਹਿਬ ਦਾ ਮਸਲਾ ਕੋਈ ਮੁੱਦੇ ਪੰਜਾਬ ਦੇ ਮੁੱਦੇ ਨਹੀਂ ਹੈਗੇ। ਸਿੱਧੂ ਦਾ ਮੁੱਦਾ ਇੱਕ ਨੁਕਾਤੀ ਆ, ਕੁਰਸੀ। ਔਰ ਸਿੱਧੂ ਦੇ ਵਿੱਚ ਜਿਹੜੀ ਇੱਕ ਚੀਜ਼ ਦੀ ਘਾਟ ਆ, ਸਭ ਤੋਂ ਵੱਡੀ ਘਾਟ ਆ ਉਹਦੇ 'ਚ ਪੇਸ਼ੈਂਸ ਦੀ, ਉਹਦੇ 'ਚ ਤਹੱਮਲ ਹੈ ਨਹੀਂ। ਉਹਨੂੰ ਵੇਖ ਕੇ ਸਬਕ ਸਿੱਖ ਲੈਣਾ ਚਾਹੀਦਾ। ਆਪਣੇ ਆਪ ਦੇ ਵਿੱਚ ਉਹਨੇ ਇੱਦਾਂ ਐਕਟ ਕੀਤਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਸਾਰਾ ਜ਼ੋਰ ਮੇਰਾ ਹੀ ਲੱਗਾ, ਪਰ ਚੰਨੀ ਨੇ ਆਪਣੇ 15-20 ਦਿਨ ਦੇ ਕੰਮ ਦੇ ਦੌਰਾਨ ਇਹ ਚੀਜ਼ ਵਿਖਾਤੀ ਹੈ ਲੋਕਾਂ ਨੂੰ ਬਈ ਮੇਰੇ ਅੰਦਰ ਤਹੱਮਲ ਹੈ, ਮੈਂ ਸੋਚ ਕੇ ਗੱਲ ਕਰਦਾ। ਅਤੇ ਸਿੱਧੂ ਸਾਹਿਬ ਦੀ ਛਵੀ ਜਿਹੜੀ ਆ ਹੋਰ ਖਰਾਬ ਹੋ ਰਹੀ ਆ। ਉਹਨਾਂ ਦੇ ਬਾਰੇ 'ਚ ਜੋ ਅਸੀਂ ਪਹਿਲਾਂ ਸੋਚਦੇ ਸੀ ਵੀ ਇਸ ਬੰਦੇ ਦੇ ਅੰਦਰ ਨਾ ਤਾਂ ਕੋਈ ਵਚਨਬੱਧਤਾ, ਪ੍ਰਤੀਬੱਧਤਾ ਕੋਈ, ਨਾ ਇਹਦੇ 'ਚ ਠਰਮਾ ਹੈ। ਔਰ ਸਿਆਸਤ ਦੇ ਵਿੱਚ ਬਿਨਾਂ ਠਰਮੇ ਵਾਲਾ ਬੰਦਾ ਕੁਛ ਨਹੀਂ ਕਰ ਸਕਦਾ ਹੁੰਦਾ। ਮੁੱਦਿਆਂ ਦੀ ਗੱਲਾਂ ਕਰਦੇ ਨੇ, ਐਵੇਂ ਗੱਪਾਂ ਮਾਰੀ ਜਾਂਦੇ ਨੇ। ਜਦੋਂ ਵਜ਼ੀਰੀ ਛੱਡ ਦਿੱਤੀ ਅਤੇ ਘਰ ਬੈਠੇ ਰਹੇ, ਉਦੋਂ ਮੁੱਦੇ ਨਹੀਂ ਇਹਨਾਂ ਨੂੰ ਚੇਤੇ ਆਏ। ਸਿਆਸਤ ਕਰਨ ਵਾਸਤੇ ਇਹ ਮੁੱਦੇ ਜਿਹੜੇ ਨੇ ਉਛਾਲੇ ਜਾਂਦੇ ਨੇ। ਨਾ ਇਹਨਾਂ ਨੇ ਕੁਝ ਕੀਤਾ ਹੈ ਅਤੇ ਨਾ ਕੁਝ ਇਹਨਾਂ ਕੋਲੋਂ ਹੋਣਾ ਹੈ। ਗੱਲਾਂ ਕਰ ਸਕਦੇ ਆ ਅਤੇ ਸਿੱਧੂ ਸਾਹਿਬ ਸਿਰਫ ਅਤੇ ਸਿਰਫ ਗੱਲਾਂ ਕਰਨਗੇ। ਇਹਦੇ ਤੋਂ ਇਲਾਵਾ ਕੁਛ ਸਿੱਧੂ ਸਾਹਿਬ ਦੇ ਪੱਲੇ ਨਹੀਂ ਹੈਗਾ। ਹੁਣ ਪ੍ਰਧਾਨ ਬਣਨ ਜਾਂ ਨਾ ਬਣ, ਕੀ ਫਾਇਦਾ ਇਹੋ ਜਿਹੇ ਅਸਤੀਫੇ ਦਿੱਤੇ ਦਾ ਜੀ। ਇਹ ਟਵੀਟ ਕਰਕੇ ਅਸਤੀਫਾ ਦੇ ਦਿੱਤਾ, ਅਗਲਿਆਂ ਨੇ ਕਹਿ ਦਿੱਤਾ, ਹੁਣ ਕਹਿੰਦਾ ਜੀ ਮੇਰਾ ਅਸਤੀਫਾ ਨਾ ਮਨਜ਼ੂਰ ਕਰ ਦਵਾਂਗੇ, ਤੂੰ ਸਾਨੂੰ ਅਸਤੀਫਾ ਦਿੱਤਾ ਹੀ ਨਹੀਂ। ਤੇਰਾ ਅਸਤੀਫਾ ਟਵੀਟ 'ਤੇ ਹੈ, ਟਵੀਟ ਕਰਕੇ ਕਹਿ ਦੇ ਮੈਂ ਵਾਪਸ ਲੈ ਲਿਆ, ਅਤੇ ਕੀ ਪੱਲੇ ਰਹਿ ਗਿਆ। ਹੁਣ ਐਵੇਂ ਉੱਥੇ ਜਲੀਲ ਜੀ ਹੋ ਕੇ ਬਹਿਣ ਨਾਲੋਂ ਆਪਣਾ ਕੋਈ ਨਵਾਂ ਰਾਹ ਤਲਾਸ਼ ਕਰ ਲੈਣ। ਜਿਹੜੀ ਕਾਂਗਰਸ ਦੀ ਕੇਂਦਰੀ ਕਮਾਂਡ ਆ, ਜਿਹੜੀ ਕੱਲ੍ਹ ਉਹਨਾਂ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਆ, ਉਹਦੇ 'ਚ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਕਲੀਅਰ ਕਰ ਦਿੱਤਾ ਬਈ ਇੱਦਾਂ ਦੇ ਸੋਸ਼ਲ ਮੀਡੀਆ 'ਚ ਜਾਣ ਵਾਲੇ ਬੰਦੇ ਜਿਹੜੇ ਆ ਉਹ ਸਾਨੂੰ ਮਨਜ਼ੂਰ ਨਹੀਂ, ਕਿਉਂਕਿ ਮੇਰਾ ਖਿਆਲ ਹੈ ਕਾਂਗਰਸ ਕੋਲ ਇਸ ਵੇਲੇ ਗਾਉਣ ਵਾਸਤੇ ਕੁਛ ਨਹੀਂ ਹੈਗਾ। ਇਸ ਕਰਕੇ ਰਾਹੁਲ ਗਾਂਧੀ ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਸੋਚ ਸਮਝ ਕੇ ਫੈਸਲੇ ਲੈ ਰਹੇ। ਫੈਸਲੇ ਤਾਂ ਸਿਆਸੀ ਬੰਦੇ ਸੋਚ ਸਮਝ ਕੇ ਲੈਂਦੇ ਨੇ, ਕਈ ਵਾਰੀ ਸਿੱਧੇ ਪੈ ਜਾਂਦੇ, ਕਈ ਵਾਰੀ। ਰਾਹੁਲ ਗਾਂਧੀ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਕਿ ਜੇਕਰ ਤੁਸੀਂ ਆਪਣੀ ਸਾਰੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਆਗੂ ਹੈਗੇ ਨੇ ਉਹਨਾਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਕੋਈ ਵੀ ਗੱਲ ਕਰਨੀ ਆ ਮੀਡੀਆ ਦੇ ਵਿੱਚ ਨਾ ਕਰੋ, ਉਹ ਸਾਡੇ ਨਾਲ ਆਣ ਕੇ ਪਾਰਟੀ ਦੇ ਵਿੱਚ ਕਰੋ। ਪਾਰਟੀ ਦੇ ਵਿੱਚ ਆ ਕੇ ਕਰਨ ਵਾਸਤੇ ਗੱਲ ਇਹ ਹੁੰਦੀ, ਆਪਾਂ ਪਿਛਲੇ ਦਿਨਾਂ 'ਚ ਵੇਖਿਆ ਹੀ ਆ ਕਿ ਕੈਪਟਨ ਸਾਹਿਬ ਜਾਂਦੇ ਸੀਗੇ ਦਿੱਲੀ ਅਤੇ ਰਾਹੁਲ ਗਾਂਧੀ ਕੋਲ ਉਹਨਾਂ ਨੂੰ ਮਿਲਣ ਦਾ ਹੀ ਸਮਾਂ ਨਹੀਂ ਹੁੰਦਾ। ਹੁਣ ਜੇ ਕਿਸੇ ਲੀਡਰ ਨੂੰ ਮਿਲਣ ਦਾ ਸਮਾਂ ਹੀ ਨਹੀਂ ਹੈਗਾ, ਆਪਣੇ ਬੌਸ ਨੂੰ ਕੋਈ ਮਿਲ ਹੀ ਨਹੀਂ ਸਕਦਾ। ਹੁਣ ਰਾਹੁਲ ਗਾਂਧੀ ਨੂੰ, ਸੋਨੀਆ ਗਾਂਧੀ ਨੂੰ, ਪ੍ਰਿੰਕਾ ਗਾਂਧੀ ਨੂੰ ਕੌਣ ਮਿਲੂ? ਇੱਕ ਤਰ੍ਹਾਂ ਦੇ ਨਾਲ ਤੇ ਇੱਕ ਟੱਬਰ ਹੀ ਹਾਈ ਕਮਾਂਡ ਆ ਨਾ। ਹਾਈ ਕਮਾਂਡ ਵਿੱਚ ਰੌਲਾ ਤਾਂ ਉੱਥੇ ਵੀ ਉਹੋ ਹੀ ਆ ਕਿ ਜਿਹੜੇ ਪੁਰਾਣੇ ਸੀਨੀਅਰ ਬੰਦੇ ਨੇ ਜਿਨ੍ਹਾਂ ਨੇ ਆਪਣੇ ਖੂਨ ਪਸੀਨੇ ਦੇ ਨਾਲ ਪਾਰਟੀ ਨੂੰ ਸਿੰਜਿਆ, ਉਹ ਬੰਦੇ ਤਾਂ ਨੁਕਰੇ ਲਾਈਨ ਲੱਗੇ ਨੇ। ਇੱਕ ਪਰਿਵਾਰ ਦੇ ਜੀਆਂ ਦੇ ਵਿੱਚ ਹੀ ਅਕਲ ਕੋ ਪੇਟੈਂਟ ਥੋੜ੍ਹਾ ਕਰਾ ਲਈ ਆ ਵੀ ਜਿਹੜਾ ਇੰਦਰਾ ਗਾਂਧੀ ਦੇ ਘਰ ਜੰਪਿਆ ਉਹ ਅਕਲਮੰਦੀ ਹੈ ਅਤੇ ਬਾਕੀ ਸਾਰੇ ਚਦਾਈ ਨੇ। ਕਾਂਗਰਸ ਦੇ ਵਿੱਚ, ਕਾਂਗਰਸ 'ਚ ਬੜੇ ਬੜੇ ਸਿਆਣੇ ਬੰਦੇ ਨੇ, ਅਕਲਮੰਦ ਬੰਦੇ ਨੇ, ਪਾਰਟੀ ਨੂੰ ਅਗਵਾਈ ਦੇ ਸਕਦੇ ਆ, ਦੇਸ਼ ਦੇ ਬਾਰੇ 'ਚ ਭਲਾ ਬੁਰਾ ਸੋਚਦੇ ਆ। ਉਹਨਾਂ ਬੰਦਿਆਂ ਦੇ ਕੋਲ ਇੱਕ ਲੰਮਾ ਵਸੀਹ ਤਜਰਬਾ ਹੈ ਔਰ ਸਿਆਣਪ ਵੀ ਹੈਗੀ। ਅਤੇ ਹੁਣ ਆਪਾਂ ਇਹ ਕਰ ਲਈ ਆ ਵੀ ਜਿਹੜਾ ਘਰ ਦਾ ਜੀ ਉੱਠੇਗਾ ਉਹੀ ਸਿਆਣਾ, ਬਾਕੀ ਕੋਈ ਨਹੀਂ। ਅਤੇ ਉੱਥੇ ਫਿਰ ਇੱਦਾਂ ਪਰਿਵਾਰ ਦੇ ਵਿੱਚ ਅਤੇ ਆਪਣੇ ਘਰ ਦੇ ਜਿਹੜੇ ਜੰਮੇ ਹੁੰਦੇ ਨੇ, ਜਿਹੜੇ ਢਿੱਡੋਂ ਜੰਮੇ ਹੁੰਦੇ ਨੇ, ਉਹ ਨਹੀਂ ਬਹੁਤੇ ਦਬਾਅ ਬਰਦਾਸ਼ਤ ਕਰਦੇ। ਅਤੇ ਇਹ ਤਾਂ ਫਿਰ ਪਾਰਟੀ ਆ ਅਤੇ ਲੋਕਤੰਤਰਕ ਕਦਰਾਂ ਕੀਮਤਾਂ ਵਾਲੀ ਪਾਰਟੀ ਆਪਣੇ ਆਪ ਨੂੰ ਵਿਖਾਉਂਦੀ ਆ ਕਿ ਸਾਡੇ ਅੰਦਰ ਪਾਰਟੀ ਦੇ ਅੰਦਰ ਵੀ ਇੰਟਰਨਲ ਡੈਮੋਕਰੇਸੀ ਆ। ਅਤੇ ਡੈਮੋਕਰੇਸੀ ਆ ਅਤੇ ਫਿਰ ਲੀਡਰ ਲੋਕਾਂ ਦੀ ਪਹੁੰਚ ਹੋਣਾ ਚਾਹੀਦਾ। ਤੁਹਾਡੇ ਨਾਲੋਂ ਜ਼ਿਆਦਾ ਤਾਂ ਤੁਹਾਡੇ ਮੁੱਖ ਮੰਤਰੀ ਨੇ ਵਿਖਾਤਾ ਵੀ ਮੈਂ ਲੋਕਾਂ ਦੀ ਪਹੁੰਚ ਹੈਗਾ। ਜੇ ਇੱਕ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਦੀ ਪਹੁੰਚ ਹੋ ਸਕਦਾ, ਤੁਸੀਂ ਨਹੀਂ ਲੋਕਾਂ ਦੀ ਪਹੁੰਚ ਆ ਸਕਦੇ। ਜੇ ਤੁਸੀਂ ਲੋਕਾਂ ਦੀ ਪਹੁੰਚ ਹੋਵੋ ਤਾਂ ਸਿਆਪੇ ਹੀ ਮੁੱਕ ਜਾਣ ਸਾਰੇ। ਲੀਡਰ ਤੁਹਾਡੇ ਨਾਲ ਗੱਲ ਕਰਦੇ ਨੇ, ਕਿਹੜਾ ਭੜੂਗਾ ਜਿਹੜਾ ਸੋਸ਼ਲ ਮੀਡੀਆ 'ਤੇ ਜਾਊਗਾ ਜੀ ਜੇ ਉਹਦੀ ਘਰ ਬਹਿ ਕੇ ਗੱਲ ਸੁਣੀ ਜਾਵੇ। ਪ੍ਰਗਟ ਸਿੰਘ ਦੀ ਮਿਸਾਲ ਵੇਖੀ ਨਹੀਂ ਆਪਾਂ। ਹੁਣ ਉਹਨੂੰ ਪਿੱਛੇ ਚਿੱਠੀਆਂ ਲਿਖੀਆਂ CM ਨੂੰ, ਫਿਰ ਉਹ ਕਹਿੰਦਾ ਮੈਂ ਪੰਜਾਬੀ 'ਚ ਲਿਖੀ, ਅਤੇ ਹੋ ਸਕਦਾ ਵੀ CM ਸਾਹਿਬ ਪੰਜਾਬੀ ਨਾ ਪੜ੍ਹਦੇ ਹੋਣ, ਮੈਂ ਅੰਗਰੇਜ਼ੀ 'ਚ ਵੀ ਲਿਖੀ, ਫਿਰ ਵੀ ਨਹੀਂ ਹੋਣੀ। ਤਾਂ ਹੁਣ ਜੇ ਉਹ ਬੰਦਾ ਜਾ ਕੇ ਪਬਲਿਕ ਪ੍ਰੈਸ ਦੇ ਵਿੱਚ ਜਾ ਕੇ ਕੋਈ ਗੱਲ ਕਰਦੇ ਅਤੇ ਆਖੇ ਜੀ ਇਹਨੇ ਡਿਸਪਲਿਨ ਤੋੜ ਦਿੱਤਾ, ਇਹਨੇ ਜ਼ਾਬਤਾ ਭੰਗ ਕਰਤਾ, ਇਹ ਕਾਹਦਾ ਜ਼ਾਬਤਾ? ਜਿਹੜੇ ਲੀਡਰਾਂ ਨੂੰ ਨਹੀਂ ਮਿਲਦੇ ਆਪਣਿਆਂ ਨੂੰ, ਲੋਕਾਂ ਨੂੰ ਸਵਾਹ ਮਿਲਣਗੇ। ਪ੍ਰਧਾਨ ਜੀ, ਕੀ ਲੱਗਦਾ ਤੁਹਾਨੂੰ ਇਲੈਕਸ਼ਨ ਨੂੰ, ਜਿਵੇਂ ਆਪਾਂ ਸ਼ੁਰੂਆਤ ਹੀ ਕੀਤੀ ਕਿ ਜ਼ਿਆਦਾ ਸਮਾਂ ਜਿਹੜਾ ਨਹੀਂ ਰਹਿ ਗਿਆ, ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਆ ਕਿ ਇਸ ਕਰਕੇ ਉਤਾਰ ਦਿੱਤਾ ਗਿਆ ਕਿਉਂਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਵਾਅਦੇ ਉਹਨਾਂ ਦੁਆਰਾ ਪੂਰੇ ਨਹੀਂ ਕੀਤੇ ਗਏ। ਔਰ ਜਿਹੜੇ ਬਾਕੀ ਵਿਧਾਇਕ ਹੈਗੇ ਸੀ ਜਾਂ ਕੈਬਨਿਟ ਮਿਨਿਸਟਰ ਸੀ, ਉਹਨਾਂ ਨੂੰ ਇਹ ਸੀ ਕਿ ਅਸੀਂ ਜਦ ਵੀ ਲੋਕਾਂ ਦੇ ਵਿੱਚ ਜਾਵਾਂਗੇ ਤਾਂ ਲੋਕ ਸਾਨੂੰ ਸਵਾਲ ਕਰਨਗੇ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਦਿੱਤਾ ਗਿਆ ਔਰ ਨਵੇਂ ਮੁੱਖ ਮੰਤਰੀ ਨੂੰ ਲਿਆਂਦਾ ਗਿਆ। ਕੀ ਤੁਹਾਨੂੰ ਕੀ ਲੱਗਦਾ ਕਿ
ਜ਼ਿਆਦਾ ਲੰਬਾ ਸਮਾਂ ਨਹੀਂ ਰਹਿ ਗਿਆ। ਮੁੱਖ ਮੰਤਰੀ ਜੋ ਚੰਨੀ ਹੁਣ ਆਏ ਨੇ, ਇਹਨਾਂ ਦੁਆਰਾ ਜੋ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ, ਵਾਅਦਿਆਂ ਨੂੰ ਜਿਹੜਾ ਹੈ ਉਹ ਪੂਰੇ ਕਰ ਸਕਣਗੇ। ਔਰ ਸਭ ਤੋਂ ਵੱਡਾ ਜਿਹੜਾ ਮੁੱਦਾ ਸੀ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟਿਆ ਜਾਵੇਗਾ। ਕਿਵੇਂ ਵੇਖਦੇ ਹੋ ਤੁਸੀਂ ਸਾਹਿਬ, ਇਹ ਜੋ ਇਹਨਾਂ ਦੁਆਰਾ ਵਾਅਦੇ ਕੀਤੇ ਗਏ ਸੀ ਉਹ ਵਾਅਦੇ ਪੂਰੇ ਕਰ ਲਏ ਜਾਣਗੇ? ਵਾਅਦੇ ਨਾ ਜਿਹੜੇ ਕੀਤੇ ਸੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਨੇ, ਆਪਾਂ ਉਹਨਾਂ ਨੂੰ ਇਕੱਲਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਨਹੀਂ ਮੜ ਸਕਦੇ, ਕਿਉਂਕਿ ਇਹਨਾਂ ਦੀ ਕੇਂਦਰੀ ਕਮੇਟੀ ਨੇ ਮੈਨੀਫੈਸਟੋ ਤਿਆਰ ਕੀਤਾ। ਮੈਨੀਫੈਸਟੋ ਦੀ ਕਮੇਟੀ ਇੱਕ ਬਣਦੀ ਆ, ਉਹਦੇ ਵਿੱਚ ਸਤਿਕਾਰਯੋਗ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਵੀ ਟਿਪਸ ਸੀਗੇ, ਉਹਨਾਂ ਦੀ ਵੀ ਅਗਵਾਈ ਲਈ ਗਈ ਆ। ਇਸ ਕਰਕੇ ਉਹ ਪ੍ਰਸ਼ਾਂਤ ਕਿਸ਼ੋਰ ਨੂੰ ਉਦੋਂ ਹਾਇਰ ਕੀਤਾ ਗਿਆ ਸੀ। ਕੋਈ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਇਹ ਇਕੱਲੇ ਕੈਪਟਨ ਨੇ ਵਾਅਦੇ ਕਰ ਲਏ, ਪਰ ਜਿਹੜੇ ਵਾਅਦੇ ਕਰ ਲਏ ਨੇ ਉਹ ਇੰਨੇ ਜ਼ਿਆਦਾ ਕਰ ਲਏ, ਵੇ ਤੋਂ ਵੱਧ ਕਰ ਲਏ ਵੀ ਉਹ ਪੂਰੇ ਨਹੀਂ ਹੋ ਸਕਣੇ, ਕਿਉਂਕਿ ਉਦੋਂ ਸੱਤਾ ਹਾਸਲ ਕਰਨ ਵਾਸਤੇ ਜਿੰਨਾ ਝੂਠ ਰੱਜ ਕੇ ਮਾਰ ਸਕਦੇ ਸੀ ਉਹਨਾਂ ਝੂਠ ਮਾਰ ਲਿਆ। ਹੁਣ ਉਹ ਗੱਲ ਆਪਣੀ ਉਹੋ ਹੀ ਹੋਈ ਪੁਰਾਣੀ, ਵੀ ਗੱਲ ਇਹ ਆ ਵੀ ਹੁਣ ਉਹ ਪੁਰਾਣਾ ਸਮਾਂ ਨਹੀਂ ਰਹਿ ਗਿਆ। ਪਹਿਲਾਂ ਅਸੀਂ ਵਹਿੰਦੇ ਹੁੰਦੇ ਹਾਂ ਕਿਤੇ 10-20 ਪਿੰਡਾਂ 'ਚ ਕੋਈ ਇੱਕ ਆਪਣੇ ਆਪ ਨੂੰ ਲੀਡਰ ਘੁੰਮਦਾ ਹੁੰਦਾ ਸੀ, ਜਾਂ ਲੋਕ ਉਹਨੂੰ ਲੀਡਰ ਮੰਨਦੇ ਹੁੰਦੇ ਸੀ, ਅਤੇ ਉਹ ਬਾਂਹ ਫੇਰ ਕੇ ਕਹਿ ਦਿੰਦਾ ਸੀ ਆ 20 ਪਿੰਡ ਮੇਰੇ ਨੇ, ਕੋਈ ਗੱਲ ਨਹੀਂ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਅੱਜ ਤੇ ਇੱਕ ਘਰ 'ਚ 20 ਲੀਡਰ ਨੇ। ਜੇ ਇੱਕ ਘਰ 'ਚ 10 ਬੰਦੇ ਨੇ ਨਾ, 10 ਹੀ ਆਪਣੇ ਆਪ ਨੂੰ ਲੀਡਰ ਸਮਝਦੇ ਨੇ, ਆਂਦੇ ਹਾਂ ਮੇਰੇ ਨਾਲ ਗੱਲ ਨਹੀਂ ਕੀਤੀ ਇਹਨੇ, ਇਹ ਕੌਣ ਹੋਵੇ। ਇਹ ਕਰਕੇ ਸਾਰੇ ਹੀ ਲੀਡਰ ਨੇ। ਅੱਜ ਕੱਲ੍ਹ ਕੋਈ ਕਿਸੇ ਦੀ ਗੱਲ ਨਹੀਂ ਮੰਨਦਾ। ਜਿਹੜੀ ਗੱਲ ਆ ਬੇਅਦਬੀਆਂ ਦੀ, ਬੜਾ ਸੰਵੇਦਨਸ਼ੀਲ ਵਿਸ਼ਾ ਹੈ। ਇਸ ਨੇ ਪੰਜਾਬ ਦੇ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਸ਼ੱਕ ਸ਼ੁਬੇ ਖੜੇ ਕੀਤੇ ਨੇ। ਰਾਜਨੀਤਿਕ ਲੋਕਾਂ ਦੇ ਕਿਰਦਾਰ ਸ਼ੱਕੀ ਹੋ ਗਏ ਨੇ। ਪ੍ਰਸ਼ਾਸਨ ਉਹਦੇ ਵਿੱਚ ਬੁਰੀ ਤਰ੍ਹਾਂ ਨਾਲ ਨਾਕਾਮ ਹੋਇਆ। ਪਰ ਇਸ ਐਡੇ ਸੰਜੀਦਾ ਮੁੱਦੇ ਦੇ ਉੱਤੇ ਸਿਆਸਤ ਬਹੁਤ ਮਾੜੀ ਗੱਲ ਹੈ, ਔਰ ਇਹਦੇ ਉੱਤੇ ਸਿਆਸਤ ਹੋਈ ਆ। ਜਿੰਨਾ ਜ਼ੋਰ ਇਹਦੇ 'ਤੇ ਸਾਰੀਆਂ ਧਿਰਾਂ ਨੇ ਸਿਆਸਤ ਕਰਨ 'ਤੇ ਲਾਇਆ, ਜੇ ਕਿਤੇ ਸਾਰੇ ਰਲ ਕੇ ਇਹਨੂੰ ਕੌਮੀ ਮਸਲਾ ਮੰਨਦੇ ਆਪਣਾ ਕਿ ਇਹ ਪੰਜਾਬ ਦਾ ਮਸਲਾ ਆ, ਇਸ ਮਸਲੇ ਦੇ ਦੋਸ਼ੀ ਕਿਸੇ ਵੀ ਕੀਮਤ ਦੇ ਵਿੱਚ ਬਚਣੇ ਨਹੀਂ ਚਾਹੀਦੇ। ਇਸ ਮਸਲੇ ਦੇ ਵਿੱਚ ਰਾਜਨੀਤਿਕ ਮਤਭੇਦ ਸਾਰੇ ਭੁਲਾ ਕੇ ਇੱਕ ਹੋ ਜਾਂਦੇ, ਪਰ ਇੱਥੇ ਇੱਕ ਦੂਜੇ ਨੂੰ ਭੰਡਣ ਤੋਂ ਇਲਾਵਾ ਕੁਛ ਨਹੀਂ ਕੀਤਾ। ਜਦੋਂ ਕੀਤਾ ਹੀ ਕੁਝ ਨਹੀਂ ਤਾਂ ਉਹਦਾ ਛੱਟਾ ਕੀ ਨਿਕਲਣਾ। ਹੁਣ ਵੇਖੋ ਸਾਰਿਆਂ ਦੇ ਸਾਹਮਣੇ ਆ, ਜਦੋਂ ਕੇਸ ਅਦਾਲਤ ਦੇ ਵਿੱਚ ਜਾਂਦੇ ਨੇ, ਜੇ ਕੋਈ ਅਫਸਰ ਆਪਣੀ ਰਿਪੋਰਟ ਪੇਸ਼ ਕਰਦਾ, ਕੋਰਟ ਚੁੱਕ ਕੇ ਪਰੇ ਮਾਰਦੀ ਆ ਰਿਪੋਰਟ। ਹੁਣ ਆਪਾਂ ਕੀ ਆਖੀਏ ਜੀ ਉੱਥੇ, ਕਿ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਆ ਉਹਦੇ 'ਚ ਦਮ ਹੈ ਨਹੀਂ, ਕਿ ਜੁਡੀਸ਼ਰੀ 'ਚ ਦਮ ਹੈ ਨਹੀਂ। ਜੁਡੀਸ਼ਰੀ 'ਤੇ ਕਿੰਤੂ ਅਸੀਂ ਕਰ ਨਹੀਂ ਸਕਦੇ, ਕਿਉਂਕਿ ਜੋ ਕੁਝ ਵੀ ਕੀਤਾ ਜੱਜ ਸਾਹਿਬ ਨੇ ਕੀਤਾ, ਅਕਸਰ ਕੁਝ ਨਾ ਕੁਝ ਤਾਂ ਉਹਦੇ ਲਈ ਆਧਾਰ ਬਣਾਇਆ ਹੋਊ ਨਾ। ਸਾਡੇ ਲੋਕਾਂ ਦੀ ਆਮ ਸਮਝ 'ਚ ਇਹ ਗੱਲ ਨਹੀਂ ਆਉਂਦੀ, ਪਰ ਆਧਾਰ 'ਤੇ ਕੁਝ ਨਾ ਕੁਝ ਬਣਿਆ ਹੋਊ। ਮੁੱਕਦੀ ਗੱਲ ਇਹ ਆ ਵੀ ਇਸ ਸੰਵੇਦਨਸ਼ੀਲ ਵਿਸ਼ੇ ਦੇ ਉੱਤੇ ਸਿਰਫ ਤੇ ਸਿਰਫ ਸਿਆਸਤ ਹੋਈ ਆ, ਸਿਆਸਤ ਤੋਂ ਇਲਾਵਾ ਕੁਝ ਨਹੀਂ ਹੋਇਆ। ਔਰ ਅੱਜ ਵੀ ਜੇ ਕਿਤੇ ਸਿਆਸਤ ਨੂੰ ਪਾਸੇ ਰੱਖ ਕੇ ਇਹਨਾਂ ਦੋਸ਼ੀਆਂ ਦੀ ਧੌਣ 'ਚ ਸਾਫਾ ਪਾ ਕੇ ਇਹਨਾਂ ਨੂੰ ਇੱਕ ਵਾਰ ਸਲਾਖਾਂ ਦੇ ਪਿੱਛੇ ਕਰ ਦਿੱਤਾ ਜਾਵੇ, ਤੇ ਗਾਂਹ ਮੱਤ ਆ ਜੂ ਵੀ ਇੱਦਾਂ ਦਾ ਘਟੀਆ ਕੰਮ ਅਸਾਂ ਨਹੀਂ ਕਰਨਾ। ਇਸ ਕੰਮ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਹੈ, ਅਤੇ ਭਵਿੱਖ ਵਿੱਚ ਵੀ ਖਰਾਬ ਕਰਨ ਦੀ ਸੰਭਾਵਨਾ ਜਿਹੜੀ ਬਣੀ ਆ। ਪਰ ਇਹ ਸਿਆਸੀ ਲੋਕ ਉਸ ਨੂੰ ਜਿਸ ਤਰੀਕੇ ਦੇ ਨਾਲ ਆਪਣੇ ਮੁੱਦੇ ਬਣਾ ਕੇ ਵਰਤ ਕੇ ਆਪਣੀ ਸਿਆਸਤ ਦੀ ਕੁਰਸੀ ਤੱਕ ਪਹੁੰਚਣਾ ਚਾਹੁੰਦੇ ਆ, ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਕਿ ਇਸ ਮਸਲੇ ਦੇ ਨਾਲ ਇਹ ਸਾਨੂੰ ਧਾਰਮਿਕ ਤੌਰ ਦੇ ਉੱਤੇ, ਇਮੋਸ਼ਨਲ ਤੌਰ ਦੇ ਉੱਤੇ ਬਲੈਕਮੇਲ ਨਾ ਕਰ ਸਕਣ। ਇਹਨਾਂ ਦਾ ਜੋ ਵੀ ਕੱਚ ਸੱਚ ਹੈਗਾ ਹੈ ਉਹ ਪਬਲਿਕ ਦੀ ਕਚਹਿਰੀ ਦੇ ਵਿੱਚ ਨੰਗਾ ਹੋਣਾ ਚਾਹੀਦਾ, ਲੋਕ ਇਹਨਾਂ ਨੂੰ ਸਵਾਲ ਕਰਨ। ਮੈਂ ਇਹ ਕਿਸੇ ਦੀ ਇਹਦੇ 'ਚ ਤਰਫਦਾਰੀ ਨਹੀਂ ਕਰਦਾ। ਜਿਨ੍ਹਾਂ ਦੇ ਰਾਜ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਉਹ ਵੀ ਹੱਲ ਤੇ ਨਾਤੇ ਨਹੀਂ, ਉਹ ਵੀ ਜਵਾਬਦੇਹ ਨੇ। ਔਰ ਜਿਨ੍ਹਾਂ ਨੇ ਇਹ ਸਮਾਂ ਲੰਘਾ ਕੇ ਅੱਜ ਵੀ ਦੋਸ਼ੀ ਨਹੀਂ ਫੜੇ, ਇਹ ਵੀ ਜਵਾਬਦੇਹ ਨੇ। ਅਕਸਰ ਆਪਾਂ ਇਹ ਮੰਨ ਲਈਏ ਵੀ ਕੀ ਬੇਅਦਬੀਆਂ ਹੋਈਆਂ ਹੀ ਨਹੀਂ, ਜਾਂ ਉਹਨਾਂ ਦਾ ਕੋਈ ਦੋਸ਼ੀ ਨਹੀਂ। ਜੇ ਹੋਈਆਂ ਨੇ ਤਾਂ ਉਹਨਾਂ ਦਾ ਦੋਸ਼ੀ ਕੌਣ ਹੈ? ਇਹ ਕੌਣ ਆ? ਲੋਕਾਂ ਦੇ ਸਾਹਮਣੇ ਕਿਉਂ ਨਹੀਂ ਆਉਂਦਾ? ਸਰਕਾਰਾਂ ਕੀ ਕਰਦੀਆਂ ਨੇ? ਅਤੇ ਜੇ ਸਰਕਾਰਾਂ ਜਾਂ ਪ੍ਰਸ਼ਾਸਨ ਇਹ ਕੁਝ ਕਰ ਹੀ ਨਹੀਂ ਸਕਦਾ, ਅਤੇ ਫਿਰ ਅਸੀਂ ਕਿਹਦੇ ਤੋਂ ਆਸ ਲਾ ਕੇ ਬੈਠੇ ਹਾਂ? ਪੰਜਾਬ ਵਾਸੀ ਕਿਹਦੇ ਤੋਂ ਆਸ ਲਾ ਕੇ ਬੈਠੇ ਨੇ? ਭਵਿੱਖ ਦੇ ਵਿੱਚ ਕੀ ਗਰੰਟੀ ਆ ਕਿ ਇੱਦਾਂ ਦੀਆਂ ਵਾਰਦਾਤਾਂ ਨਹੀਂ ਹੋਣਗੀਆਂ? ਜਾਂ ਇਹ ਇੰਨੇ ਸੰਵੇਦਨਸ਼ੀਲ ਮੁੱਦੇ ਦੇ ਉੱਤੇ ਜੇ ਸਾਡੀਆਂ ਏਜੰਸੀਜ਼ ਦਾ ਇਹ ਰੋਲ ਆ, ਅਤੇ ਆਮ ਪਬਲਿਕ ਦੀ ਜਾਨ ਮਾਲ ਦੀ ਹਿਫਾਜ਼ਤ ਕਿੰਨੀ ਕੁ ਜਿਹੜੀ ਆ ਸੇਫ ਹੋਊ, ਕਿੰਨੀ ਕੁ ਦੀ ਗਰੰਟੀ ਹੋਊ? ਤਾਂ ਲਾਸਟ ਸਵਾਲ ਹੈ, ਜਿਹੜੀ ਵੀ ਪਾਰਟੀ ਹੁੰਦੀ ਆ, ਚਾਹੇ A1 ABC ਕਿਸੇ ਵੀ ਪਾਰਟੀ ਦਾ ਆਪਾਂ ਨਾਂ ਲਈਏ, ਤਾਂ ਕੋਈ ਕਹਿੰਦਾ ਕਿ ਮੈਂ 300 ਯੂਨਿਟ ਦੇਵਾਂਗਾ, ਕੋਈ ਕਹਿੰਦਾ ਮੈਂ 400 ਯੂਨਿਟ ਮਾਫ ਕਰਾਂਗਾ। ਪਰ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਥਰਮਲ ਪਲਾਂਟ ਜਿਹੜੇ ਨੇ ਬੰਦ ਹੁੰਦੇ ਜਾ ਰਹੇ ਨੇ, ਔਰ ਮੌਜੂਦਾ ਸਰਕਾਰ ਜਿਹੜੀ ਆ ਉਹ ਬਾਹਰੋਂ ਜੋ ਰੇਟ
ਲੋਕਾਂ ਨੂੰ ਦੇ ਰਹੀ ਹੈ, ਚਾਹੇ 10 ਜਾਂ 12 ਰੁਪਏ ਯੂਨਿਟ ਦੇ ਰਹੀ ਹੈ, ਤਾਂ ਬਾਹਰੋਂ ਜ਼ਿਆਦਾ ਰੇਟ ਦੇ ਉੱਤੇ ਖਰੀਦ ਰਹੀ ਹੈ। ਕੀ ਤੁਹਾਨੂੰ ਲੱਗਦਾ ਕਿ ਪਾਰਟੀਆਂ ਵਾਅਦੇ ਤਾਂ ਕਰਦੀ ਜਾ ਰਹੀਆਂ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਥਰਮਲ ਪਲਾਂਟ ਹੀ ਬੰਦ ਹੁੰਦੇ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬਿਜਲੀ 3-4 ਰੁਪਏ ਯੂਨਿਟ ਦੇ ਸਕਣਗੇ? ਵੇਖੋ ਗੱਲ ਇਹ ਆ ਵੀ ਇਹੋ ਜਿਹੇ ਵਾਅਦਿਆਂ ਨਹੀਂ ਤੇ ਪੰਜਾਬ ਕਰਜ਼ਾਈ ਕੀਤਾ। ਪੌਣੇ 3 ਲੱਖ ਕਰੋੜ ਰੁਪਏ ਦਾ ਪੰਜਾਬ ਕਰਜ਼ਾਈ ਆ। ਇਹੋ ਜਿਹੀਆਂ ਵਾਅਦਿਆਂ ਕਰਕੇ ਆਮ ਲੋਕਾਂ ਨੇ ਤੇ ਖਰਾਬ ਨਹੀਂ ਕੀਤਾ। ਅਸੀਂ ਤਾਂ ਟੈਕਸ ਦਿੰਦੇ ਹਾਂ ਸਾਰੇ। ਆਮ ਪਿੰਡਾਂ ਵਾਲਾ ਬੰਦਾ ਸਮਝ ਲੈਂਦਾ ਵੀ ਮੈਂ ਕਿਹੜਾ ਟੈਕਸ ਦੇਣਾ ਜੀ। ਟੈਕਸ ਤੇ ਜਾਂ ਮੁਲਾਜ਼ਮ ਆਦਮੀ ਦਿੰਦੇ ਆ ਤੇ ਜਾਂ ਵਪਾਰੀ ਬੰਦੇ ਦਿੰਦੇ ਨੇ। ਆਮ ਬੰਦਾ ਕੀ ਟੈਕਸ ਦਿੰਦਾ? ਟੈਕਸ ਹਰ ਬੰਦਾ ਦਿੰਦਾ ਜੀ। ਅਸੀਂ ਸਵੇਰੇ ਸੁੱਤੇ ਹੀ ਉੱਠਦੇ ਹਾਂ, ਬੁਰਸ਼ ਕਰਦੇ ਹਾਂ, ਜਿਹੜੀ ਟੁੱਥਪੇਸਟ ਲਾਉਂਦੇ ਹਾਂ, ਟੁੱਥਬਰਸ਼ ਲਾਉਂਦੇ ਹਾਂ, ਉਹਦੇ 'ਤੇ ਟੈਕਸ ਨਹੀਂ ਲੱਗਾ। ਜਿਹੜੇ ਸਾਬਣ ਨਾਲ ਸ਼ੈਂਪੂ ਨਾਲ ਨਹਾਉਂਦੇ ਹਾਂ, ਮੂੰਹ ਧੋਂਦੇ ਹਾਂ, ਉਹਦੇ 'ਤੇ ਟੈਕਸ ਨਹੀਂ ਲੱਗਾ। ਚਾਹ ਪੀਂਦੇ ਹਾਂ, ਪੱਤੀ 'ਤੇ ਟੈਕਸ ਦਿੰਦੇ ਹਾਂ, ਖੰਡ 'ਤੇ ਟੈਕਸ ਦਿੰਦੇ ਹਾਂ। ਕਿਹੜੀ ਚੀਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਵਰਤਦੇ ਹਾਂ ਜਿਹਦੇ 'ਤੇ ਅਸੀਂ ਟੈਕਸ ਨਹੀਂ ਦਿੰਦੇ? ਜਦੋਂ ਅਸੀਂ ਟੈਕਸ ਦਿੰਦੇ ਹਾਂ, ਸਾਡਾ ਕੀ ਕਸੂਰ ਹੈ? ਅਸੀਂ ਖਜ਼ਾਨਾ ਖਾਲੀ ਕੀਤਾ। ਖਜ਼ਾਨਾ ਖਾਲੀ ਕਿਹਨੇ ਕੀਤਾ? ਖਜ਼ਾਨਾ ਖਾਲੀ ਕੀਤਾ ਨੀਤੀ ਘਾੜਿਆਂ ਨੇ। ਅਤੇ ਨੀਤੀ ਘਾੜਿਆਂ ਨੂੰ ਬਦਲਣ ਦੀ ਲੋੜ ਆ। ਇਹ ਤਾਂ ਥੋੜ੍ਹਾ ਵੀ 5 ਸਾਲਾ ਪ੍ਰੋਗਰਾਮ ਬਣਾ ਲਓ, ਇੱਕ ਵਾਰੀ ਤੂੰ ਲੁੱਟ ਜਾ ਅਤੇ ਇੱਕ ਵਾਰੀ ਤੂੰ ਲੁੱਟ ਜਾ। ਨੀਤੀ 'ਤੇ ਕੋਈ ਵੀ ਨਹੀਂ ਫਰਕ ਹੈਗੀ। ਜਾਂ ਤਾਂ ਨੀਤੀ ਫਰਕ ਹੋਵੇ। ਹੁਣ ਵੇਖੋ ਸਹੂਲਤਾਂ ਦੇਈ ਜਾਂਦੇ ਨੇ, ਖਜ਼ਾਨੇ ਦੇ ਵਿੱਚ ਆਉਣਾ ਕਿੱਥੋਂ ਆ? ਜੇ ਇੱਕ ਨੂੰ ਚੀਜ਼ ਫ੍ਰੀ ਦੇਣੀ ਹੈ ਤਾਂ ਕਿਸੇ ਨਾ ਕਿਸੇ ਦੂਜੇ ਦਾ ਸਿਰ ਮੁੰਨਣਗੇ ਅਤੇ ਕਿਸੇ ਨੂੰ ਫ੍ਰੀ ਦੇਣਗੇ ਨਾ। ਕਿੱਥੋਂ ਦੇ ਦੇਣਗੇ? ਆਪਣੇ ਘਰੋਂ ਤੇ ਦੇਣੋਂ ਰਹਿ। ਆਪਣੀਆਂ ਤਾਂ ਇਹਨਾਂ ਦੀਆਂ ਸਹੂਲਤਾਂ ਨਾ ਤਾਂ ਆਪਣੀਆਂ ਪੈਨਸ਼ਨਾਂ ਘਟਾਉਂਦੇ ਆ, ਨਾ ਆਪਣੇ ਭੱਤੇ ਘਟਾਉਂਦੇ ਆ, ਨਾ ਆਪਣੀਆਂ ਗੱਡੀਆਂ ਕਿਤੇ ਘੱਟ ਕਰਦੇ ਆ, ਨਾ ਸਿਕਿਉਰਿਟੀ ਘੱਟ ਕਰਦੇ। ਇਹ ਤਾਂ ਮਤਲਬ ਲੋਕਾਂ ਨੇ ਤਾਂ ਚੁਣੇ ਸੀ ਆਪਣੇ ਨੁਮਾਇੰਦੇ, ਪਰ ਇਹ ਬਣ ਕੇ ਬਹਿ ਗਏ ਆ ਬਾਦਸ਼ਾਹ। ਅਤੇ ਬਾਦਸ਼ਾਹ ਵੀ ਕਾਰੂ ਬਾਦਸ਼ਾਹ, ਜਿਨ੍ਹਾਂ ਨੂੰ ਲੋਕਾਂ ਦੀ ਪਰਵਾਹ ਹੀ ਕੋਈ ਨਹੀਂ। ਅਤੇ ਜਦੋਂ 5 ਸਾਲ ਲੰਘਣ ਲੱਗਦੇ ਨੇ ਹੋ ਜਾਣ ਲੱਗਦੇ। ਹੁਣ ਜਦੋਂ ਇੰਨਾ ਕੁ 2-3 ਮਹੀਨੇ ਰਹਿ ਜਾਂਦੇ ਫਿਰ ਇਹਨਾਂ ਨੂੰ ਲੋਕ ਚੇਤੇ ਆ ਜਾਂਦੇ ਨੇ, ਫਿਰ ਲੋਕਾਂ ਦੇ ਵਿੱਚ। ਅਤੇ ਸਾਡੇ ਲੋਕ ਮੁੱਦੇ ਦੀ ਗੱਲ ਨਹੀਂ ਕਰਦੇ। ਅਸੀਂ ਤਾਂ ਅਜੇ ਤੱਕ ਗਲੀਆਂ ਨਾਲੀਆਂ 'ਚੋਂ ਨਹੀਂ ਨਿਕਲੇ। ਸਾਨੂੰ ਤਾਂ ਗਲੀਆਂ ਨਾਲੀਆਂ ਦਾ, ਮੇਰੀ ਗਲੀ ਨਹੀਂ ਬਣਾਈ, ਮੇਰੀ ਨਾਲੀ ਨਹੀਂ ਬਣਾਈ, ਮੇਰੇ ਬੂਹੇ ਅੱਗੇ ਆਹ ਨਹੀਂ ਲੱਗਾ, ਮੇਰੇ ਬੂਹੇ ਅੱਗੇ ਬੱਤੀ ਨਹੀਂ ਲੱਗਾ। ਅਸੀਂ ਤਾਂ ਇਸੇ ਕੰਮ 'ਚ ਆ ਗਏ। ਇਹ ਨਹੀਂ ਪੁੱਛਦੇ ਵੀ ਸਾਨੂੰ 70 ਸਾਲ ਹੋ ਗਏ ਨੇ, ਅਸੀਂ ਅਜੇ ਤੱਕ ਗਲੀਆਂ ਨਾਲੀਆਂ ਨੂੰ ਵਿਕਾਸ ਸਮਝੀ ਜਾਂਦੇ ਹਾਂ। ਚੀਨ ਸਾਡੇ ਤੋਂ ਬਾਅਦ 'ਚ ਆਜ਼ਾਦ ਹੋਇਆ, ਜਾਪਾਨ ਸਾਡੇ ਤੋਂ ਬਾਅਦ 'ਚ ਆਜ਼ਾਦ ਹੋਇਆ। ਉਹ ਲੋਕ ਕਿਤੇ ਛੱਪੜਾਂ ਨਹੀਂ ਲੜਨ ਰਹੇ ਨੇ, ਉੱਥੇ ਕਿਤੇ ਕਬਰਸਤਾਨਾਂ ਦੀਆਂ ਲੜਾਈਆਂ ਨੇ, ਉੱਥੇ ਕਿਤੇ ਗਲੀਆਂ ਦੀਆਂ ਟਾਇਲਾਂ ਦੀਆਂ ਲੜਾਈਆਂ ਨੇ, ਕਿਉਂਕਿ ਉਹਨਾਂ ਨੂੰ ਯੋਗ ਲੀਡਰਸ਼ਿਪ ਮਿਲੀ ਆ। ਸਾਨੂੰ ਕਹਿਣ ਦੀ ਲੋੜ ਨਹੀਂ, ਪਰ ਵਰਤਾਰੇ ਨੇ ਇਹ ਦੱਸ ਦਿੱਤਾ ਕਿ ਸਾਡੀ ਲੀਡਰਸ਼ਿਪ ਨਿਕੰਮੀ ਆ, ਜਿਹੜੀ ਸਾਨੂੰ ਉਹ ਸਹੂਲਤਾਂ ਦੇ ਨਹੀਂ ਸਕੀ। ਅਸੀਂ ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ ਜੀ। ਸੋ ਤੁਸੀਂ ਇਸ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅਜਨਾਲਾ ਤੋਂ ਪ੍ਰਦੀਪ ਅਰੋੜਾ।